ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਵੇਖ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਹੈ ਪ੍ਰੋਗਰਾਮ ਬਿਯੋਂਡ ਦਾ ਹੈਡਲਾਈਨਸ ਵਿਦ ਮਨਦੀਪ ਪੂਨੀਆ ਦੇ ਵਿੱਚ। ਇਸ ਪ੍ਰੋਗਰਾਮ ਦੇ ਵਿੱਚ ਦੇਸ਼ ਭਰ ਨਾਲ ਜੁੜੀਆਂ ਹੋਈਆਂ ਵੱਖ-ਵੱਖ ਖਬਰਾਂ ਤੇ ਚਾਨਣਾ ਪਾਉਣ ਦੇ ਲਈ ਸਾਡੇ ਨਾਲ ਸਾਥ ਹੁੰਦਾ ਹੈ ਸੀਨੀਅਰ ਪੱਤਰਕਾਰ ਮਨਦੀਪ ਪੂਨੀਆ ਜੀ ਦਾ। ਸੋ ਕਰਦੇ ਹਾਂ ਉਹਨਾਂ ਨੂੰ ਪ੍ਰੋਗਰਾਮ 'ਚ ਸ਼ਾਮਿਲ ਤੇ ਫਿਰ ਇੱਕ-ਇੱਕ ਕਰਕੇ ਸਾਰੀਆਂ ਖਬਰਾਂ ਦੀ ਤਹਿ ਤੱਕ ਜਾਣ ਦੀ ਕਰਾਂਗੇ ਕੋਸ਼ਿਸ਼। ਸਵਾਗਤ ਹੈ ਜੀ। ਸ਼ੁਕਰੀਆ ਗੁਰਪ੍ਰੀਤ। ਲਓ ਜੀ, ਕਰਦੇ ਹਾਂ ਖਬਰਾਂ ਦਾ ਆਗਾਜ਼ ਤੇ ਸਭ ਤੋਂ ਪਹਿਲੀ ਖਬਰ ਪੈਰੋਡੀ ਦੇ ਨਾਲ ਹੀ ਜੁੜੀ ਹੋਈ ਹੈ। ਕਾਮੇਡੀਅਨ ਕੁਨਾਲ ਕਾਮਰਾ ਦੀਆਂ ਮੁਸ਼ਕਲਾਂ ਵਧੀਆਂ ਜਦੋਂ ਸ਼ਿੰਦੇ ਦੇ ਉੱਪਰ ਉਹਨਾਂ ਨੇ ਇੱਕ ਤਰ੍ਹਾਂ ਦੀ ਪੈਰੋਡੀ ਕੀਤੀ ਤੇ ਉਹ ਜਦੋਂ ਜਨਤਕ ਹੋਈ ਤਾਂ ਵੱਡੇ ਪੱਧਰ ਤੇ ਲੋਕਾਂ ਵੱਲੋਂ ਦੇਖੀ ਗਈ, ਪਰ ਜਿਸ ਦੀ ਕੀਤੀ ਗਈ ਉਸ ਨੂੰ ਹੀ ਉਹ ਬੇਹੱਦ ਚੁੱਭੀ ਤੇ ਕਾਰਵਾਈ ਕਰਦਿਆਂ ਸ਼ਿਵ ਸੈਨਾ ਨੇ ਕਾਫੀ ਭੰਨਤੋੜ ਵੀ ਕੀਤੀ, ਫੋਨ ਕਰ ਵੀ ਕੀਤੇ ਗਏ। ਹਾਲਾਂਕਿ ਫੋਨ ਕਰਨ ਵਾਲੇ ਇਹ ਵੀ ਨਹੀਂ ਜਾਣਦੇ ਸੀ ਕਿ ਅਸੀਂ ਜਿਹਦੇ ਹੱਕ 'ਚ ਭੁਗਤ ਰਹੇ ਹਾਂ ਉਹ ਮੁੱਖ ਮੰਤਰੀ ਹੈ ਜਾਂ ਫਿਰ ਡਿਪਟੀ ਮੁੱਖ ਮੰਤਰੀ ਹੈ। ਤੇ ਹੁਣ ਇੱਕ ਨਵੀਂ ਪੈਰੋਡੀ ਕਰ ਦਿੱਤੀ ਹੈ ਜੀ ਕੁਨਾਲ ਕਾਮਰਾ ਨੇ। ਉਹ ਕਿਹਦੀ ਹੈ ਤੇ ਕੀ ਉਹ ਵੀ ਇਦਾਂ ਹੀ ਚੱਜੂ ਪਾਊਗੀ? ਹਾਂ, ਉਹਨੇ ਇੱਕ ਹਿਸਾਬ ਨਾਲ ਇਹ ਲਾ ਲਓ ਕਿ ਜਿਹਦੇ ਤੇ ਕੀਤੀ ਹੈ ਉਹਨੂੰ ਕਿਤੇ ਨਾ ਕਿਤੇ ਹਾਰਟ ਤਾਂ ਕਰ ਹੀ ਦਿੱਤਾ ਹੈ। ਨਿਰਮਲਾ ਸੀਤਾਰਮਣ ਜਿਹੜੇ ਦੇਸ਼ ਦੇ ਫਾਈਨਾਂਸ ਮਿਨਿਸਟਰ ਨੇ, ਉਹਨਾਂ ਨੇ ਪੈਰੋਡੀ ਗਾਣਾ ਗਾਇਆ ਸੀਗਾ, ਜਿਹਦੇ ਕਰਕੇ ਪੁਲਿਸ ਨੇ ਉਹਨੂੰ ਕੁਨਾਲ ਕਾਮਰਾ ਨੂੰ ਦੂਜਾ ਨੋਟਿਸ ਅੱਜ ਭੇਜਤਾ ਹੈਗਾ। ਤੇ ਉਹ ਗਾਣਾ ਕੀ ਸੀ? ਨਿਰਮਲਾ ਤੇ ਸੀਗਾ ਉਹ ਇੱਕ ਗਾਣਾ ਨਹੀਂ ਸੁਣਿਆ ਬਾਲੀਵੁੱਡ ਵਾਲਾ, ਕਹਤੇ ਹੈ ਮੁਝਕੋ ਹਵਾ ਹਵਾਈ, ਉਹਨੂੰ ਹੀ ਥੋੜਾ ਮੋਡੀਫਾਈ ਕਰਕੇ ਗਾਇਆ ਸੀਗਾ। ਉਹਦੇ ਤੇ ਉਹਨਾਂ ਨੇ गाया कि आपका टैक्स का पैसा हो रहा है हवा हवाई, इन सड़कों की बर्बादी करने सरकार है आई, मेट्रो है इनके मन में खोद कर ये ले अंगड़ाई, ट्रैफिक बढ़ाने ये है आई, ब्रिजेस गिराने ये है आई, कहते हैं इसको तानाशाही। ये ਜਿਹੜਾ ਇਹ ਤਾਨਾਸ਼ਾਹੀ ਵਾਲਾ ਸੀਗਾ, ਇਹਦੇ ਚ देश में इतनी महंगाई सरकार के साथ है आई, लोगों की लूटने कमाई, साड़ी वाली दीदी आई। ਇਹ ਜਿਹੜੀ ਸਾੜੀ ਵਾਲੀ ਦੀਦੀ ਸੀਗੀ, ਇਹ ਨਿਰਮਲਾ ਸੀਤਾਰਮਣ ਨੂੰ ਉਹਨਾਂ ਨੇ ਕਿਹਾ लोगों की लूटने कमाई, साड़ी वाली दीदी आई, सैलरी चुराने ये है आई, मिडिल क्लास दबाने ये है आई, पॉपकॉर्न खिलाने ये है आई, कहते हैं इसको निर्मला ताई। ਇਹਦੇ ਚ ਤਾਂ ਉਹਨਾਂ ਦਾ ਨਾਮ ਵੀ ਲੈਤਾ ਨਿਰਮਲਾ ਤਾਈ। ਤੇ ਨਿਰਮਲਾ ਸੀਤਾਰਮਣ ਨੂੰ ਕਿਤੇ ਨਾ ਕਿਤੇ ਉਹਨਾਂ ਨੇ ਆਪਣੇ ਪੈਰੋਡੀ ਗਾਣੇ 'ਚ ਟਾਰਗੇਟ ਕੀਤਾ ਸੀ। ਉਸ ਤੋਂ ਬਾਅਦ ਉਹਨਾਂ ਤੇ ਕਾਰਵਾਈ ਹੋਈ ਹੈ, ਪੁਲਿਸ ਨੇ ਦੂਜਾ ਨੋਟਿਸ ਭੇਜਿਆਗਾ ਤੇ ਉਹ ਕੁਨਾਲ ਕਾਮਰਾ ਲਗਾਤਾਰ ਮੁਸ਼ਕਲਾਂ 'ਚ ਘਿਰਦੇ ਨਜ਼ਰ ਆ ਰਹੇ ਨੇ। ਉਦਾਂ ਮੈਨੂੰ ਲੱਗ ਰਿਹਾ ਕਿ ਇਹ ਜਿਹੜਾ ਦੌਰ ਹੈ ਇਹ ਏਦਾਂ ਦਾ ਹੀ ਹੈ ਕਿ ਜਿਹੜੇ ਆਰਟਿਸਟਾਂ ਤੇ ਸਰਕਾਰ ਪਰਚਾ ਦੇ ਰਹੀ ਹੈ, ਉਹ ਇਹਦਾ ਮਤਲਬ ਇਹ ਹੈ ਕਿ ਉਹ ਆਰਟਿਸਟ ਸੱਚੀਓ ਜ਼ਰੂਰਤ ਵਾਲਾ ਕੰਮ ਕਰ ਰਹੇ ਨੇ। ਬਾਕੀ ਕੁਨਾਲ ਕਾਮਰਾ ਦੇ ਨਾਂ ਤੇ ਤਾਂ ਬਹੁਤ ਸਾਰੇ ਲੋਕ ਐ ਕਹਿ ਰਹੇ ਨੇ ਜਿਨ੍ਹਾਂ ਦੀ ਕਾਮੇਡੀ 'ਚ ਕੋਈ ਦਮ ਨਹੀਂ ਹੁੰਦਾ ਕਿ ਦੇਖੋ फ्रीडम ऑफ स्पीच को खतरा है, हमें डर लग रहा है। इदां ਦੀਆਂ मैं स्टेटमेंटां बहुत सारे कॉमेडियन ਦੀਆਂ सुनिया। कॉमेडियन ਦਾ ਕੰਮ ਕੀ ਹੁੰਦਾ? ਉਹ ਆਪਣਾ ਕੰਮ ਕਰੇ, ਸਰਕਾਰ ਤੇ ਤੰਜ ਕਸੇ, ਚੁਟਕਲੇ ਕਹੇ ਤੇ ਨਿਕਲ ਜੇ ਬਾਅਦ 'ਚ। ਉਹੀ ਕੰਮ ਕੁਨਾਲ ਕਾਮਰਾ ਨੇ ਕੀਤਾ ਹੈਗਾ ਤੇ ਉਹ ਦਰਦ ਖਾਸਾ ਹੋਇਆ, ਤੁਸੀਂ ਦੇਖ ਲਓ, ਆਪ ਲਾ ਲਓ ਜੀ। ਸੋ ਦਰਦ ਤਾਂ ਹੁੰਦਾ ਹੈ ਜਦੋਂ ਕੋਈ ਤੁਹਾਡੀ ਸੱਚਾਈ, ਜਦੋਂ ਤੁਸੀਂ ਇਹੋ ਜਿਹੇ ਘੇਰੇ 'ਚ ਹੋਵੋ, ਇਹੋ ਜਿਹੇ ਵੈਕਿਊਮ 'ਚ ਹੋਵੋ ਜਿੱਥੇ ਸਿਰਫ ਤੇ ਸਿਰਫ ਤੁਹਾਨੂੰ ਉਹ ਹੀ ਦਿਖਾ ਰਿਹਾ ਜਾ ਰਿਹਾ ਹੋਵੇ ਜਿਹਦੇ ਨਾਲ ਤੁਸੀਂ ਖੁਸ਼ ਹੋਵੋਗੇ, ਜਿਹੜਾ ਤੁਹਾਨੂੰ ਲੱਗਦਾ ਹੈ ਕਿ ਸਬਜ਼ ਬਾਗ ਬਹੁਤ ਚੰਗੇ ਨੇ, ਪਰ ਤੁਹਾਨੂੰ ਨਹੀਂ ਪਤਾ ਹੋਵੇ ਕਿ ਉਹ ਸਬਜ਼ ਬਾਗ ਨੇ। ਤੇ ਫਿਰ ਉਹਦੇ 'ਚ ਜਦੋਂ ਹਲਕੀ ਜੀ ਸੱਚਾਈ ਵੀ ਕੋਈ ਤੁਹਾਨੂੰ ਦਿਖਾਵੇ ਤਾਂ ਉਹ ਸੂਈ ਵੀ ਫਿਰ ਸੂਲ ਵਾਂਗ ਚੁੱਭਦੀ ਹੈ। ਪਰ ਆਪਾਂ ਅਗਲੀ ਖਬਰ ਤੇ ਚੱਲੀਏ ਤਾਂ ਜੱਜ ਦੇ ਘਰ ਚੋਂ ਜਿਹੜਾ ਕੈਸ਼ ਮਿਲਿਆ ਸੀ ਅੱਗ ਲੱਗਣ ਤੋਂ ਬਾਅਦ, ਉਸ ਮਾਮਲੇ ਦੇ ਵਿੱਚ ਹੁਣ ਪੁਲਿਸ ਨੇ ਸਟੋਰ ਰੂਮ ਨੂੰ ਸੀਲ ਕਰ ਦਿੱਤਾ ਹੈ। ਤੇ ਬਾਕੀ ਇਸ ਦੇ ਵਿੱਚ ਕੀ ਵੱਡੀ ਅਪਡੇਟ ਹੈ ਜੀ? ਦੇਖੋ, ਇਹਦੇ 'ਚ ਕਿਤੇ ਨਾ ਕਿਤੇ ਜਿਹੜਾ ਦਿੱਲੀ ਹਾਈ ਕੋਰਟ ਵਾਲਾ ਜੱਜ ਸੀਗਾ ਯਸ਼ਵੰਤ ਵਰਮਾ, ਉਹਦੇ ਖਿਲਾਫ ਨਾ ਇੱਕ ਪਟੀਸ਼ਨ ਪਾਈ ਗਈ ਸੀ ਸੁਪਰੀਮ ਕੋਰਟ ਦੇ ਵਿੱਚ, ਜਿਹਦੀ ਸੁਣਵਾਈ CGI ਨੇ ਕੀਤੀ ਹੈਗੀ ਆ। ਉਹਦੇ 'ਚ ਸੁਪਰੀਮ ਕੋਰਟ ਨੇ ਜਿਹੜੇ ਵਕੀਲ ਨੇ ਪਟੀਸ਼ਨ ਪਾਈ ਸੀ, ਮੈਥਿਊ ਜੇ, ਖਾਸਾ ਵੱਡਾ ਐਡਵੋਕੇਟ ਹੈ, ਮੈਥਿਊ ਜੇ ਨੂੰ ਕਿਹਾ ਹੈਗਾ ਕਿ ਭਾਈ ਤੂੰ ਇਸ ਮਾਮਲੇ ਤੇ ਸਾਰਵਜਨਿਕ ਮੀਡੀਆ 'ਚ ਕੋਈ ਸਟੇਟਮੈਂਟਾਂ ਨਾ ਦਈ, ਠੀਕ ਹੈ, ਅਸੀਂ ਇਸ ਮਾਮਲੇ ਨੂੰ ਵੇਖ ਰਹੇ ਹਾਂ, ਤੂੰ ਪਰ ਜ਼ਿਆਦਾ ਮੀਡੀਆ ਦੇ ਵਿੱਚ ਜਾ ਕੇ ਰੌਲਾ ਨਾ ਪਾਈ ਇਸ ਮਾਮਲੇ ਨੂੰ ਲੈ ਕੇ। ਇਹ ਗੱਲ ਸੁਪਰੀਮ ਕੋਰਟ ਨੇ ਉਸ ਐਡਵੋਕੇਟ ਨੂੰ ਕਹੀ ਹੈ। ਇਸ ਤੋਂ ਇਲਾਵਾ ਇੱਕ ਅਪਡੇਟ ਇਹ ਹੈ ਕਿ ਜਿਹੜੇ DCP ਦੇਵੇਸ ਹੈ, ਉਹਨਾਂ ਦੀ ਟੀਮ, ਅੱਜ ਦਿੱਲੀ ਪੁਲਿਸ ਦੀ ਟੀਮ ਉੱਥੇ ਗਈ ਸੀਗੀ ਤੇ DCP ਹੋਰਾਂ ਨੇ ਉਹ ਸਟੋਰ ਰੂਮ ਨੂੰ ਸੀਲ ਕਰਤਾ ਹੈਗਾ ਜਿੱਥੇ ਇਹ ਜਲੇ ਹੋਏ ਨੋਟਾਂ ਦੀ ਵੀਡੀਓਜ਼ ਸਾਹਮਣੇ ਆਈਆਂ ਸੀ। ਤੇ ਇਹ ਮੋਟਾ ਮੋਟੀ ਇਸ ਕੇਸ 'ਚ ਅਪਡੇਟ ਹੈਗੀ ਆ। ਬਾਕੀ ਹੁਣ ਦੇਖਦੇ ਹਾਂ ਕਿ ਅੱਗੇ ਕਿਵੇਂ ਕੀ ਚੀਜ਼ਾਂ ਹੁੰਦੀਆਂ ਨੇ। ਜਿਹੜੇ 3 ਮੈਂਬਰੀ ਕਮੇਟੀ ਬਣਾਈ ਸੀਗੀ ਜੱਜਾਂ ਦੀ ਸੁਪਰੀਮ ਕੋਰਟ ਨੇ, ਉਹ ਵੀ 45 ਮਿੰਟ ਕੱਲ ਲਾ ਕੇ ਗਈ ਸੀਗੀ। ਅੱਜ ਜਿਹੜੀ ਦਿੱਲੀ ਪੁਲਿਸ ਹੈ ਉਹਨੇ ਵੀ ਉਹ ਸਟੋਰ ਰੂਮ ਨੂੰ ਸੀਲ ਕਰਤਾ ਹੈਗਾ। ਹੁਣ ਦੇਖਦੇ ਹਾਂ ਅੱਗੇ ਇਸ ਮਾਮਲੇ 'ਚ ਬਣਦਾ ਕੀ।
ਜੀ। ਸੋ ਜੇਕਰ ਅੱਗੇ ਚੱਲੀਏ ਤਾਂ ਕਿਤੇ ਸ਼ਿਵ ਸੈਨਾ ਤੇ ਕਿਤੇ ਕਰਨੀ ਸੈਨਾ, ਇਹ ਸੈਨਾ ਬਹੁਤ ਐਕਟਿਵ ਰਹਿੰਦੀਆਂ ਨੇ ਜੀ। ਕਿਤੇ ਵੀ ਭੰਨ ਤੋੜ ਕਰਨੀ ਹੋਵੇ ਤੇ ਸਹੀ ਨੂੰ ਸਹੀ ਨਾ ਕਹਿਣਾ ਇਹਨਾਂ ਦੀ ਆਦਤ ਜੀ ਬਣ ਚੁੱਕੀ ਹੈ। ਤੇ ਹੁਣ ਰਾਜ ਸਭਾ ਦੇ ਵਿੱਚ ਰਾਣਾ ਸਾਂਘਾ ਨੂੰ ਗਦਾਰ ਕਹਿਣ ਵਾਲੇ ਜਿਹੜੇ ਸਪਾ ਦੇ ਸੰਸਦ ਮੈਂਬਰ ਸੀ ਰਾਮ ਜੀ ਲਾਲ, ਉਹਨਾਂ ਦੇ ਆਗਰਾ ਸਥਿਤ ਘਰ ਦੇ ਵਿੱਚ ਕਰਨੀ ਸੈਨਾ ਪਹੁੰਚ ਗਈ ਜੀ। ਕੀ ਕੁਝ ਹੋਇਆ ਇੱਥੇ? ਹਾਂਜੀ, ਰਾਜ ਸਭਾ ਦੇ ਵਿੱਚ ਜਿਹੜੇ ਸਮਾਜਵਾਦੀ ਪਾਰਟੀ ਦੇ ਸੰਸਦ ਸੀਗੇ ਰਾਮ ਜੀ ਲਾਲ ਸੁਮਨ, ਉਹਨਾਂ ਨੇ ਕਿਹਾ ਸੀ ਕਿ ਦੇਖੋ ਜਿਹੜਾ ਤੁਸੀਂ ਲਗਾਤਾਰ ਆਰਐਸਐਸ ਇੱਕ ਪ੍ਰੋਪੇਗੈਂਡਾ ਕਰਦੀ ਹੈਗੀ ਆ ਕਿ ਮੁਸਲਿਮ ਇਨਵੇਡਰ ਆਏ, ਯਾਨੀ ਕਿ ਮੁਸਲਮਾਨ ਆਕ੍ਰਾਂਤਾ ਕਹਿੰਦੇ ਨੇ ਉਹ ਹਿੰਦੀ ਚ, ਯਾਨੀ ਕਿ ਜੀ ਹਮਲਾਵਰ ਆਏ, ਬਾਹਰੀ ਹਮਲਾਵਰ ਆਏ। ਉਹਨਾਂ ਨੂੰ ਲੈ ਕੇ ਵੀ ਤਾਂ ਕੌਣ ਆਏ ਸੀ? ਰਾਜਪੂਤ ਲੈ ਕੇ ਆਏ ਸੀ। ਉਹਨਾਂ ਨੇ ਰਾਣਾ ਸਾਂਘਾ ਦਾ ਨਾਂ ਲਿਆ ਕਿ ਉਹ ਲੈ ਕੇ ਆਇਆ ਸੀਗਾ ਮੁਹੰਮਦ ਗੋਰੀ ਨੂੰ, ਤੇ ਜਿਨੇ ਉਸ ਟਾਈਮ ਹਮਲਾ ਕੀਤਾ ਸੀ ਮੁਹੰਮਦ ਗੋਰੀ ਨੂੰ ਲੈਣ ਵਾਸਤੇ। ਉਸ ਤੋਂ ਬਾਅਦ ਇਹ ਕਿਤੇ ਨਾ ਕਿਤੇ ਉਸ ਤੋਂ ਬਾਅਦ ਇਹ ਸਾਰਾ ਘਟਨਾਕ੍ਰਮ ਏਦਾਂ ਵਾਪਰਿਆਗਾ ਕਿ ਜਿਹੜੀ ਜੀ ਕਰਨੀ ਸੈਨਾ ਉਹਨੇ ਕਿਹਾ ਕਿ ਰਾਣਾ ਸਾਂਘਾ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ। ਇਸੇ ਕਰਕੇ ਉਹਨਾਂ ਨੇ ਜਿਹੜੇ ਆਗਰਾ ਦੇ ਸੰਸਦ ਹੈਗੇ ਆ, ਆਗਰਾ ਤੋਂ ਸੰਸਦ ਹੈਗੇ ਆ ਰਾਮ ਜੀ ਲਾਲ ਸੁਮਨ, ਉਹਨਾਂ ਦੇ ਘਰੇ ਤੋੜ ਭੰਨ ਕੀਤੀ ਹੈਗੀ ਆ। ਉਹ ਜੀ ਤਕਰੀਬਨ 500-700 ਰਾਜਪੂਤ ਸੀਗੇ ਜਿਨ੍ਹਾਂ ਨੇ ਉਹਨਾਂ ਦੇ ਘਰ ਵੜਨ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਪੁਲਿਸ ਵਾਲਿਆਂ ਨੇ ਉਹਨਾਂ ਦੇ ਡੰਡਾ ਵੀ ਫੇਰਿਆਗਾ, ਪਰ ਮਤਲਬ ਤੁਸੀਂ ਆਪ ਲਾਓ ਕਿ ਬੰਦਾ ਜਿਹੜਾ ਹਿਸਟੋਰੀਕਲ ਫੈਕਟ ਹੈਗਾ ਉਹਨਾਂ ਨੂੰ ਵੀ ਮਤਲਬ ਬੋਲ ਨਹੀਂ ਸਕਦਾ। ਤੇ ਉਹ ਵੀ ਪਾਰਲੀਮੈਂਟ, ਇੰਡੀਅਨ ਪਾਰਲੀਮੈਂਟ ਦੇ ਵਿੱਚ ਬੋਲੇ ਸੀ ਉਹਨਾਂ ਨੇ, ਹੋਰ ਕਿਤੇ ਨਹੀਂ ਬੋਲੇ। ਉਹਨਾਂ ਨੂੰ ਉਸ ਕਰਕੇ ਟਾਰਗੇਟ ਕੀਤਾ ਜਾ ਰਿਹਾ ਹੈਗਾ। ਮੈਨੂੰ ਲੱਗਦਾ ਕਿ ਜਿਹੜੇ ਅੱਗੇ ਇਹ ਏਦਾਂ ਦੇ ਮਾਹੌਲ ਬਣਾ ਦੇਣਗੇ ਸ਼ਿਵ ਸੈਨਿਕ ਤੇ ਕਰਨੀ ਸੈਨਾ ਵਾਲੇ ਕਿ ਕੋਈ ਬੋਲ ਹੀ ਨਹੀਂ ਪਾਊਗਾ ਇਹਨਾਂ ਦੇ ਉਲਟ, ਜਾਂ ਕੋਈ ਹਿਸਟੋਰੀਕਲ ਫੈਕਟ ਵੀ ਹੈਗਾ ਉਹ ਬੋਲ ਹੀ ਨਹੀਂ ਪਾਊਗਾ। ਜੀ, ਸੋ ਇਹੀ ਹਾਲਾਤ ਨੇ ਬਣੇ ਹੋਏ। ਸੋ ਅੱਗੇ ਚੱਲੀਏ ਜੀ। ਸੰਭਲ ਦੇ ਵਿੱਚ ਘਰਾਂ ਦੀਆਂ ਛੱਤਾਂ ਤੇ ਨਮਾਜ਼ ਨਹੀਂ ਪੜ੍ਹੀ ਜਾਊਗੀ, ਇਹ ਕੌਣ ਕਹਿ ਰਿਹਾ ਹੈ ਤੇ ਹੋਰ ਕੀ ਟਿੱਪਣੀਆਂ ਨੇ? ਇਹ ਦੇਖੋ ਜਿਹੜਾ ਸੰਭਲ ਵਾਲਾ ਸਾਰਾ ਮਾਮਲਾ, ਇਹਦੇ ਤੇ ਤਾਂ ਜਿਹੜੇ ਆਪਾਂ ਗੱਲ ਕਰ ਲਈਏ ਉੱਥੇ ਪੁਲਿਸ, ਯੂਪੀ ਪੁਲਿਸ ਦੇ ਜਿਹੜੇ ਐਸਓ ਨੇ, ਸ਼ਾਇਦ ਡੀਐਸਪੀ ਰੈਂਕ ਹੁੰਦੀ ਹੈ ਆਪਾਂ ਜੇ ਪੰਜਾਬ ਵਾਲੇ ਹਿਸਾਬ ਨਾਲ ਗੱਲ ਕਰ ਲਈਏ, ਸੀਓ ਜੀ ਸੋਰੀ, ਅਨੂਜ ਚੌਧਰੀ, ਉਹਨਾਂ ਨੇ ਅੱਜ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਜੇ ਤੁਹਾਨੂੰ ਤੁਸੀਂ ਸੇਵੀਆਂ ਸਾਨੂੰ ਖਵਾਉਣਾ ਚਾਹੁੰਦੇ ਹੋ ਤੇ ਤੁਹਾਨੂੰ ਗੁਜੀਆ ਖਾਣੀ ਪਊਗੀ। ਇਹ ਗੱਲ ਕਹੀ ਹੈ। ਤੇ ਉਹਨਾਂ ਨੇ ਇਹ ਵੀ ਕਿਹਾ ਕਿ ਛੱਤਾਂ ਤੇ ਨਮਾਜ਼ ਨਹੀਂ ਪੜ੍ਹੀ ਜਾਊਗੀ। ਇਸ ਕਿਸਮ ਦੇ ਸਟੇਟਮੈਂਟਾਂ ਦਿੱਤੀਆਂ ਨੇ, ਜਿਸ ਤੋਂ ਬਾਅਦ ਖਾਸਾ ਕ੍ਰਿਟਿਸਿਜ਼ਮ ਵੀ ਹੋ ਰਿਹਾ ਹੈਗਾ ਉਹਨਾਂ ਦਾ। ਪਰ ਤੁਸੀਂ ਇੱਕ ਹਿਸਾਬ ਨਾਲ ਲਾਓ ਕਿ ਕਿੰਨਾ ਜ਼ਹਿਰ ਘੋਲਣ ਦੀ ਕੋਸ਼ਿਸ਼ ਖੁਦ ਪੁਲਿਸ ਕਰ ਰਹੀ ਹੈ। ਜਿਹੜਾ ਇਹਨੂੰ ਚੌਧਰੀ ਹੈ, ਇਹਨੇ ਪਹਿਲਾਂ ਵੀ ਬਹੁਤ ਘਟੀਆ ਬਿਆਨਬਾਜ਼ੀ ਕੀਤੀ ਹੈ ਤੇ ਇਹਦੇ ਸਰ ਤੇ ਯੋਗੀ ਆਦਿੱਤਿਆਨਾਥ ਦਾ ਹੱਥ ਹੈ। ਇਸ ਕਰਕੇ ਇਸ ਕਿਸਮ ਦੀਆਂ ਘਟੀਆ ਸਟੇਟਮੈਂਟਾਂ ਦੇ ਰਿਹਾ ਹੈਗਾ। ਤੇ ਇਹਨੂੰ ਪੂਰਾ ਉੱਥੇ ਯੂਪੀ ਪੁਲਿਸ, ਯੂਪੀ ਜਿਹੜੀ ਸਰਕਾਰ ਹੈ ਉਹ ਸਪੋਰਟ ਕਰ ਰਹੀ ਹੈ। ਉੱਥੋਂ ਹੀ ਇਹ ਸਟੇਟਮੈਂਟ ਆਈ ਹੈ ਜੀ। ਉਸ ਤੋਂ ਬਾਅਦ ਹੀ ਸਾਰਾ ਮਤਲਬ ਇਹ ਮਾਮਲਾ ਭਖਿਆਗਾ। ਮੋਟਾ ਮੋਟਾ ਤਾਂ ਇਸ ਖਬਰ 'ਚ ਇਹੀ ਹੈ। ਮਤਲਬ ਤੁਸੀਂ ਇਹ ਲਾ ਲਓ ਕਿ ਸੰਭਲ ਦੇ ਵਿੱਚ ਜਿਹੜੇ ਨਵੰਬਰ ਮਹੀਨੇ ਤੋਂ ਜਿਹੜਾ ਪੂਰਾ ਉੱਥੇ ਚੱਲ ਰਿਹਾ ਹੈਗਾ ਮਾਹੌਲ ਨੂੰ ਕਮਿਊਨਲਾਈਜ਼ ਕਰਨ ਦਾ, ਉਹ ਹਜੇ ਤੱਕ ਜਾਰੀ ਹੈਗਾ। ਤੇ ਮੈਨੂੰ ਲੱਗਦਾ ਕਿ 2027 ਦੇ ਜਿਹੜੇ ਯੂਪੀ ਦੇ ਵਿਧਾਨ ਸਭਾ ਚੋਣ ਨੇ, ਪੰਜਾਬ ਨਾਲ ਹੀ ਹੋਣੇ ਨੇ ਉਹਨਾਂ ਦੇ ਵੀ, ਉਦੋਂ ਤੱਕ ਇਹ ਜਾਰੀ ਰਹੂਗਾ। ਉੱਥੇ ਲਗਾਤਾਰ ਇਸ ਕਿਸਮ ਦਾ ਜਿਹੜਾ ਕਮਿਊਨਲਾਈਜੇਸ਼ਨ ਤੁਹਾਨੂੰ ਲਗਾਤਾਰ ਵੇਖਣ ਨੂੰ ਮਿਲੂਗਾ। ਜੀ। ਸੋ ਦੂਜੇ ਪਾਸੇ ਜੇਕਰ ਆਪਾਂ ਗੱਲ ਲੋਕ ਸਭਾ ਦੀ ਕਰ ਲਈਏ ਤਾਂ ਲੋਕ ਸਭਾ ਦੇ ਵਿੱਚ ਜਿਹੜੇ ਵਿਰੋਧੀ ਧਿਰ ਦੀ ਭੂਮਿਕਾ ਦੇ ਵਿੱਚ ਮੁੱਖ ਨੇ ਰਾਹੁਲ ਗਾਂਧੀ, ਉਹੀ ਕਹੀ ਜਾਂਦੇ ਨੇ ਕਿ ਮੈਨੂੰ ਬੋਲਣ ਹੀ ਨਹੀਂ ਦਿੱਤਾ ਜਾ ਰਿਹਾ। ਇਹ ਕਿਹੋ ਜਿਹਾ ਲੋਕਤੰਤਰ ਚੱਲ ਰਿਹਾ ਭਾਈ? ਇਹ ਤਾਂ ਦੇਖੋ, ਦੋ ਖਬਰਾਂ ਆਪਾਂ ਪਹਿਲਾਂ ਹੀ ਏਦਾਂ ਦੀ ਕਰਕੇ ਹਟੇ ਆ। ਜੀ ਜੀ ਜਿੱਥੇ ਫ੍ਰੀडम ਆਫ ਸਪੀਚ ਦਾ ਮਾਮਲਾ ਸੀ, ਹੁਣ ਲੀਡਰ ਆਫ ਆਪੋਜੀਸ਼ਨ ਵੀ ਇਹ ਕਹਿ ਰਿਹਾ ਕਿ ਮੈਨੂੰ ਬੋਲਣ ਨਹੀਂ ਦਿੱਤਾ ਜਾ ਰਿਹਾ। ਉਹ ਵੀ ਪਹਿਲਾਂ ਉਸ ਜਗ੍ਹਾ ਤੇ ਜਿੱਥੇ ਤੁਸੀਂ ਜਾਣੇ ਹੀ ਬੋਲਣ ਦੇ ਲਈ ਹੋ, ਜਿੱਥੇ ਤੁਹਾਨੂੰ ਜਿਤਾ ਕੇ ਭੇਜਿਆ ਹੀ ਇਸੇ ਕੰਮ ਲਈ ਜਾਂਦਾ ਹੈ। ਹਾਂਜੀ, ਬੇਸਿਕਲੀ ਜਿਹੜਾ ਬਜਟ ਸੈਸ਼ਨ ਉਹਦਾ ਦੂਜਾ ਫੇਸ ਚੱਲ ਰਿਹਾ ਹੈਗਾ, 11 ਦਿਨ ਪੂਰੇ ਹੋ ਗਏ ਨੇ। ਤੇ ਅੱਜ ਜਿਹੜੇ ਲੀਡਰ ਆਫ ਆਪੋਜੀਸ਼ਨ ਰਾਹੁਲ ਗਾਂਧੀ, ਉਹਨਾਂ ਨੇ ਆਰੋਪ ਲਾਉਂਦਿਆਂ ਕਿਹਾ ਕਿ ਮੈਨੂੰ ਬੋਲਣ ਨਹੀਂ ਦਿੱਤਾ ਜਾਂਦਾ। ਤੇ ਆਪੋਜੀਸ਼ਨ ਪਾਰਟੀਆਂ ਦੇ 70 ਤੋਂ ਜ਼ਿਆਦਾ ਜਿਹੜੇ ਐਮਪੀ ਹੈਗੇ ਆ, ਸੰਸਦ ਹੈਗੇ ਆ, ਉਹ ਓਮ ਬਿਰਲਾ ਨੂੰ ਮਿਲੇ ਸੀ ਅੱਜ, ਤੇ ਉਹਨਾਂ ਨੇ ਆਪਣੀ ਨਾਰਾਜ਼ਗੀ ਜਤਾਈ ਹੈ। ਉਹਨਾਂ ਨੇ ਕਿਹਾ ਕਿ ਜਿਹੜੇ ਸਵਾਲ ਜਵਾਬ ਵਾਲਾ ਮਾਮਲਾ ਹੋ ਗਿਆ, ਜਿਹੜਾ ਆਪੋਜੀਸ਼ਨ ਪਾਰਟੀਆਂ ਸਵਾਲ ਕਰਦੀਆਂ ਨੇ ਉਹਨਾਂ ਦੇ ਜਵਾਬ ਹੀ ਨਹੀਂ ਮਿਲਦੇ ਉਹਨਾਂ ਨੂੰ, ਇਹ ਗੱਲ ਕਹੀ। ਤੇ ਉਹਨੇ ਇਹ ਵੀ ਕਿਹਾ ਕਿ ਮੈਨੂੰ ਨਹੀਂ ਪਤਾ, ਮੈਂ ਜਦ ਵੀ ਖੜਾ ਹੋਇਆ ਬੋਲਣ ਵਾਸਤੇ ਤੇ ਮੈਨੂੰ ਬੋਲਣ, ਮੈਂ ਇਹ ਕਿਹਾ ਕਿ ਮੈਨੂੰ ਬੋਲਣ ਦਿੱਤਾ ਜਾਵੇ, ਤੇ ਸਪੀਕਰ ਨੇ ਇੱਕ ਵਾਰ ਵੀ ਉਹਨਾਂ ਨੂੰ ਬੋਲਣ ਨਹੀਂ ਦਿੱਤਾ। ਤੇ ਉਹ ਮੁੜ ਕੇ ਵਾਪਸ ਚਲੇ ਜਾਂਦੇ ਨੇ ਤੇ ਕਹਿ ਕੇ ਚਲੇ ਜਾਂਦੇ ਨੇ ਕਿ ਹਾਊਸ ਐਡਜਰਨ, ਕਿ ਮੈਂ ਜਿਹੜਾ
ਸਦਨ ਹੈ ਉਹਨੂੰ ਸਥਗਿਤ ਕਰਦਾ, ਤੇ ਹਾਊਸ ਐਡਜਨ ਕਹਿ ਕੇ ਉਹ ਨਿਕਲ ਜਾਂਦੇ ਨੇ। ਤੇ ਇਹ ਗੱਲ ਰਾਹੁਲ ਗਾਂਧੀ ਕਹਿ ਰਿਹਾਗਾ। राहुल गांधी ने एक बड़ी स्टेटमेंट दी थी, एक मेंशन है लीडर ऑफ अपोजिशन को बोलने दिया जाता है, जब भी मैं खड़ा होता हूं मुझे बोलने नहीं दिया जाता, पता नहीं है सदन किस तरह से चल रहा है, जो हम कहना चाहते हैं हमें कहने नहीं दिया जाता। ये प्रॉपर जो उन्होंने लैंग्वेज च मैं गल करा ते ये स्टेटमेंट है, या खासी बड़ी स्टेटमेंट है कि ਜਦੋਂ ਹੀ ਉਹ ਬੋਲਣ ਵਾਸਤੇ ਖੜੇ ਹੁੰਦੇ ਨੇ, ਜਿਹੜੇ ਸਪੀਕਰ ਸਾਹਿਬ ਹੈਗੇ ਓਮ ਬਿਰਲਾ, ਉਹ ਇਹ ਕਹਿ ਕੇ ਚਲੇ ਜਾਂਦੇ ਨੇ ਕਿ ਹਾਊਸ ਇੰਜਨ 11 ਦਿਨ ਹੋ ਗਏ ਜਿਹੜਾ ਪੂਰਾ ਚੱਲ ਰਿਹਾਗਾ ਸੈਸ਼ਨ, ਬਜਟ ਸੈਸ਼ਨ ਦਾ ਦੂਜਾ ਫੇਜ਼, ਤੇ ਹਜੇ ਤੱਕ ਉਹਨਾਂ ਨੂੰ ਬੋਲਣ ਨਹੀਂ ਦਿੱਤਾ ਗਿਆ। ਇਹ ਕਿਤੇ ਨਾ ਕਿਤੇ ਜੀ, ਸੋ ਇਹੀ ਹਾਲਾਤ ਬਣੇ ਹੋਏ ਨੇ। ਤੇ ਅਗਲੀ ਖਬਰ ਤੇ ਜੇਕਰ ਚੱਲੀਏ ਤਾਂ ਟੈਰਰ ਫੰਡਿੰਗ ਕੇਸ ਦੇ ਵਿੱਚ ਜਿਹੜੇ ਇੰਜੀਨੀਅਰ ਰਾਸ਼ਿਦ ਦੇ ਮਾਮਲੇ ਦੇ ਵਿੱਚ ਹੁਣ ਕੀ ਬਣਿਆ ਜੀ ਅੱਗੇ? ਹਾਂ, ਉਸ ਕੇਸ 'ਚ ਇੱਕ ਅਪਡੇਟ ਆਈ ਹੈ। ਦੇਖੋ ਜੀ, ਜਿਹੜਾ ਟੈਰਰ ਫੰਡਿੰਗ ਵਾਲਾ ਮਾਮਲਾ ਸੀਗਾ, ਬਾਰਾਮੂਲਾ ਤੋਂ ਸਾਂਸਦ ਨੇ ਸ਼ੇਖ ਅਬਦੁਲ ਰਾਸ਼ਿਦ ਇੰਜੀਨੀਅਰ, ਇਹ ਆਪਾਂ ਨੂੰ ਪਤਾ ਕਿ ਅੰਮ੍ਰਿਤਪਾਲ ਸਿੰਘ ਹੋਣ ਵਾਲਾ ਹੀ ਮਾਮਲਾ ਇਹਨਾਂ ਦਾ ਵੀ, ਇਹਨਾਂ ਤੇ ਵੀ ਕਿਤੇ ਨਾ ਕਿਤੇ ਯੂਏਪੀਏ ਲਾ ਰੱਖਿਆ, ਜਿਵੇਂ ਅੰਮ੍ਰਿਤਪਾਲ ਤੇ ਐਨਐਸਏ ਲਾ ਰੱਖਿਆ, ਇਹਨਾਂ ਦੇ ਯੂਏਪੀਏ ਲਾ ਰੱਖਿਆਗਾ ਜੀ। ਤੇ ਉਹ ਆਪਾਂ ਨੂੰ ਪਤਾ ਕਿ ਹਾਈ ਕੋਰਟ ਦੇ ਵਿੱਚ ਉਹਨਾਂ ਨੇ ਪਟੀਸ਼ਨ ਫਾਈਲ ਕੀਤੀ ਸੀ, ਤੇ ਉਹਨਾਂ ਨੇ ਕਿਹਾ ਸੀਗਾ ਕਿ ਮੈਨੂੰ ਸ਼ਾਮਲ ਹੋਣ ਦਿੱਤਾ ਜਾਵੇ, ਨਹੀਂ ਤਾਂ ਮੇਰੀ ਸੰਸਦੀ ਜਾਂਦੀ ਰਹੂਗੀ। ਤੇ ਇਹਦੇ ਤੇ 19 ਮਾਰਚ ਨੂੰ ਇਹ ਪੂਰਾ ਟ੍ਰਾਇਲ ਹੋਇਆ ਸੀਗਾ, ਤੇ ਪੂਰੀ ਮਤਲਬ ਪੂਰਾ ਉਹ ਸੀਗਾ, ਜਿਹੜਾ ਟ੍ਰਾਇਲ ਕੋਰਟ ਸੀ ਉਹਨੇ ਪਹਿਲਾਂ ਉਹਨਾਂ ਨੂੰ ਪੈਰੋਲ, ਕਸਟਡੀ ਪੈਰੋਲ ਦੇਣ ਤੋਂ ਨਾ ਕਰਤੀ ਸੀ। ਕਸਟਡੀ ਪੈਰੋਲ ਹੋ ਗਈ, ਮਤਲਬ ਕਿ ਪੁਲਿਸ ਉਹਨਾਂ ਨੂੰ ਨਾਲ ਲੈ ਕੇ ਜਾਵੇ ਸੰਸਦ 'ਚ। ਤੇ ਹੁਣ ਕਿਤੇ ਨਾ ਕਿਤੇ ਹਾਈ ਕੋਰਟ ਤੋਂ ਵੱਡੀ ਖਬਰ ਆ ਰਹੀ ਹੈ ਕਿ ਉਹਨਾਂ ਨੂੰ ਇਸ ਵਾਸਤੇ ਹਾਂ ਕਰ ਦਿੱਤੀ ਗਈ ਹੈ, ਤੇ ਉਹਨਾਂ ਨੂੰ ਕਿਹਾ ਗਿਆ ਕਿ ਜਦੋਂ ਕਾਰਵਾਈ ਹੋਊਗੀ ਪਾਰਲੀਮੈਂਟ ਦੀ ਉਹ ਜਾ ਸਕਣਗੇ, ਉਸ ਤੋਂ ਬਾਅਦ ਉਹਨਾਂ ਨੂੰ ਜੇਲ੍ਹ ਵਾਪਸ ਜਾਣਾ ਪਊਗਾ, ਤੇ ਪੁਲਿਸ ਉਹਨਾਂ ਨੂੰ ਲੈ ਕੇ ਜਾਊਗੀ। ਤੇ ਹਾਈ ਕੋਰਟ ਨੇ ਇੱਕ ਵੱਡੀ ਕਮੈਂਟ ਹੋਰ ਵੀ ਕੀਤਾ ਨਾਲ ਗੱਲਬਾਤ ਕਰਨ ਦੀ ਉਹਨਾਂ ਦੀ ਮਨਾਹੀ ਹੋਊਗੀ। ਇਹ ਚੀਜ਼ਾਂ ਜਿਸ ਸਾਹਮਣੇ ਨਿਕਲ ਕੇ ਆਈਆਂ ਨੇ ਜੀ। ਸੋ ਜੇਕਰ ਆਪਾਂ ਅਗਲੀ ਖਬਰ ਤੇ ਚੱਲੀਏ ਤਾਂ ਇਹ ਜੁੜੀ ਹੋਈ ਹੈ ਜੇਲ੍ਹ ਦੇ ਨਾਲ, ਜੇਲ੍ਹ ਵੀ ਤਿਹਾੜ ਦੀ, ਜਿਹਦਾ ਅਕਸਰ ਚਰਚਾ ਰਹਿੰਦੀ ਹੈ। ਇਹ ਤਿਹਾੜ ਜੇਲ੍ਹ ਜਿਹੜੀ ਹੈ ਇਹਨੂੰ ਸ਼ਿਫਟ ਕਰਨ ਦੀ ਤਿਆਰੀ 'ਚ ਹੈ ਜੀ ਦਿੱਲੀ ਸਰਕਾਰ, ਕਿਉਂਕਿ ਇੱਥੇ 10,000 ਦੀ ਕੈਪੈਸਿਟੀ ਹੈ ਤੇ 19,000 ਦੇ ਕਰੀਬ ਇੱਥੇ ਕੈਦੀ ਨੇ। ਵੈਸੇ ਤਾਂ ਸਾਰੀਆਂ ਜੇਲ੍ਹਾਂ ਦਾ ਹੀ ਇਹ ਹਾਲ ਹੈ, ਪੰਜਾਬ ਦੀਆਂ ਜੇਲ੍ਹਾਂ ਦੀ ਵੀ ਜੇ ਗੱਲ ਕਰ ਲਈਏ ਤਾਂ ਜਿੱਥੇ ਇੱਕ ਜਾਣਾ ਹੋਣਾ ਚਾਹੀਦਾ ਉੱਥੇ 5-5 7-7 ਜਾਣੇ ਬਾੜੇ ਹੋਏ ਨੇ। ਦੇਖੋ ਜੀ, ਜਿਹੜੇ ਇੰਜੀਨੀਅਰ ਰਾਸ਼ਿਦ ਨੇ ਉਹ ਵੀ ਤਿਹਾੜ ਜੇਲ੍ਹ 'ਚ ਹੀ ਬੰਦ ਨੇ, ਤੇ ਉਹਨਾਂ ਨੂੰ ਵੀ ਪਾਰਲੀਮੈਂਟ ਵਾਸਤੇ ਤਿਹਾੜ ਤੋਂ ਹੀ ਪਾਰਲੀਮੈਂਟ ਲੈ ਕੇ ਜਾਇਆ ਕਰੂਗਾ। ਤੇ ਬੇਸਿਕਲੀ ਇਹ ਹੈ ਕਿ ਜਿਹੜੀ ਦਿੱਲੀ ਗਵਰਨਮੈਂਟ ਹੈ ਇਹ ਸਾਰੀ ਪਹਿਲ ਕਦਮੀ ਕਰ ਰਹੀ ਹੈ। ਉਹਨੇ 100 ਕਰੋੜ ਰੁਪਇਆ ਬਜਟ 'ਚ ਅੱਡ ਤੋਂ ਰੱਖਿਆ ਸੀਗਾ, ਜਿਹਦੇ 'ਚ 10 ਕਰੋੜ ਰੁਪਇਆ ਸਿਰਫ ਔਰ ਸਿਰਫ ਜਿਹੜਾ ਸਰਵੇ ਹੈਗਾ ਉਹਦੇ ਵਾਸਤੇ ਰੱਖਿਆ ਵਾ ਕਿ ਤਿਹਾੜ ਜੇਲ੍ਹ 'ਚ ਕਿਵੇਂ ਉਹਨੂੰ ਅਪਗ੍ਰੇਡ ਕੀਤਾ ਜਾਵੇ। ਇਹ ਵੀ ਕਿਹਾ ਜਾ ਰਿਹਾ ਹੈਗਾ ਕਿ ਸ਼ਾਇਦ ਤਿਹਾੜ ਜੇਲ੍ਹ ਜਿੱਥੇ ਹੈਗੀ ਆ ਉੱਥੇ ਉਹਨੂੰ ਹੀ ਡਬਲ ਸਟੋਰੀ ਬਣਾ ਦਿੱਤਾ ਜਾਊਗਾ। ਇਹ ਵੀ ਗੱਲ ਕਹੀ ਜਾ ਰਹੀ ਹੈ ਕਿ 100 ਏਕੜ ਦੇ ਨੇੜੇ ਤੇੜੇ ਜ਼ਮੀਨ NCR 'ਚ ਲੱਭੀ ਜਾ ਰਹੀ ਹੈ ਜਿੱਥੇ ਜੇਲ੍ਹ ਬਣਾਈ ਜਾ ਸਕੇ। ਸ਼ਿਫਟ ਕਰਨ ਦੀ ਵੀ ਗੱਲ ਆ ਰਹੀ ਹੈ, ਤੇ ਕਈ ਸਾਰੀਆਂ ਚੀਜ਼ਾਂ ਨੇ ਜਿਹਦੇ ਤੇ ਇਹ ਸਾਰਾ ਮਾਮਲਾ ਚੱਲ ਰਿਹਾ ਹੈਗਾ। ਬਾਕੀ ਆਪਾਂ ਨੂੰ ਪਤਾ ਕਿ 1947 'ਚ ਛੋਟੀ ਜੇਲ੍ਹ ਹੁੰਦੀ ਸੀਗੀ, ਉਦੋਂ ਬਣੀ ਸੀ, ਬਾਅਦ 'ਚ ਇਹਨੂੰ ਅਪਗ੍ਰੇਡ ਕੀਤਾ ਗਿਆ ਹੈਗਾ, ਤੇ ਇਹਦੀ ਕੁੱਲ ਸ਼ਮਤਾ ਤਾਂ ਉਹੀ 10,000 ਦੀ ਹੈ, ਤੇ 19,000 ਦੇ ਨੇੜੇ ਤੇੜੇ ਇਸ ਟਾਈਮ ਜਿਹੜੇ ਹੈਗੇ ਆ ਉਹ ਕੈਦੀ ਰਹਿ ਰਹੇ ਨੇ। ਸਭ ਤੋਂ ਬਦਨਾਮ ਜੇਲ੍ਹ ਮੰਨਿਆ ਜਾਂਦਾ ਵਾ ਤਿਹਾੜ ਜੇਲ੍ਹ ਨੂੰ, ਕਿਉਂਕਿ ਆਪਾਂ ਨੂੰ ਪਤਾ ਸਭ ਤੋਂ ਜ਼ਿਆਦਾ ਪੋਲੀਟੀਕਲ ਪ੍ਰਿਜ਼ਨਰ ਵੀ ਤਿਹਾੜ ਜੇਲ੍ਹ 'ਚ ਹੀ ਬੰਦ ਨੇ, ਤੇ ਇਸ ਕਰਕੇ ਇਹਨੂੰ ਬਦਨਾਮ ਜੇਲ੍ਹ ਵੀ ਕਿਹਾ ਜਾਂਦਾ ਹੈਗਾ। ਦੇਖੋ ਅੱਗੇ ਕਰਦੇ ਕੀ ਹੈ, ਕਿ ਉਹਨੂੰ ਵੀ ਡਬਲ ਸਟੋਰੀ ਬਣਾ ਦੇਣਗੇ ਜਾਂ ਫਿਰ ਕਿਤੇ ਹੋਰ 100 ਏਕੜ ਜ਼ਮੀਨ ਲੱਭ ਕੇ ਨਵੀਂ ਤਿਹਾੜ ਜੇਲ੍ਹ ਬਣਾਉਣਗੇ, ਤਾਂ ਅੱਗੇ ਆਪਾਂ ਨੂੰ ਪਤਾ ਲੱਗੂਗਾ ਜੀ। ਪਰ ਇਹ ਹੈ ਕਿ ਬਜਟ 'ਚ ਐਲੋਕੇਸ਼ਨ ਕਰ ਦਿੱਤੀ ਗਈ ਹੈ ਇਸ ਉਹਦੇ ਵਾਸਤੇ, ਸਰਵੇ ਵਾਸਤੇ 10 ਕਰੋੜ ਰੁਪਇਆ ਤਾਂ ਮਤਲਬ ਜਾਰੀ ਕਰਤਾ ਜੀ। ਸੋ ਬਜਟ 'ਚ ਜੇਕਰ ਪੈਸੇ ਰੱਖਤੇ ਆ ਤਾਂ ਫਿਰ ਸਰਵੇ ਹੋਵੇਗਾ, ਤੇ ਉਸ ਤੋਂ ਬਾਅਦ ਕੀ ਬਣਦਾ ਹੈ ਦੇਖੀ ਜਾਊ। ਪਰ ਆਪਾਂ ਗੱਲ ਕਰ ਲਈਏ ਜੀ ਹਰਿਆਣੇ ਦੀ। ਹਰਿਆਣੇ ਦੇ ਵਿੱਚ 4 ਬਿੱਲ ਪਾਸ ਹੋਏ ਨੇ। ਇਹ ਬਿੱਲ ਕੀ ਕਹਿੰਦੇ ਨੇ, ਕਿਹੜਾ ਬਿੱਲ ਕਿੰਨਾ ਅਹਿਮੀਅਤ ਰੱਖਦਾ ਹੈ ਹਰਿਆਣੇ ਵਾਲਿਆਂ ਲਈ? ਦੇਖੋ ਇਹਦੇ 'ਚ ਹਰਿਆਣੇ 'ਚ ਵੀ ਬਜਟ ਸੈਸ਼ਨ ਚੱਲ ਰਿਹਾ, ਉਹਦਾ 10ਵਾਂ ਦਿਨ ਚੱਲ ਰਿਹਾ ਹੈਗਾ, ਤੇ ਪੰਜਾਬ ਵਾਂਗ ਛੋਟਾ ਸੈਸ਼ਨ ਨਹੀਂ ਹੈ। ਪੰਜਾਬ ਦਾ ਤਾਂ ਬਹੁਤ ਛੋਟਾ ਸੈਸ਼ਨ ਹੋਣ ਜਾ ਰਿਹਾ ਹੈਗਾ, ਹਰਿਆਣੇ ਦਾ ਤਾਂ ਪੂਰਾ ਲੰਬਾ ਚੌੜਾ ਸੈਸ਼ਨ ਹੈ, 10ਵਾਂ ਦਿਨ ਹੈ, ਤੇ 4 ਜਿਹੜੇ ਬਿੱਲ ਹੈਗੇ ਉਹ ਪਾਸ ਕੀਤੇ ਗਏ ਹੈਗੇ। ਪਹਿਲਾ ਤਾਂ ਇਹ ਹੈ ਕਿ ਜਿਹੜਾ ਡੈਡ ਬੋਡੀ ਨੂੰ ਲੈ ਕੇ ਪਹਿਲਾਂ ਅੰਦੋਲਨ ਕਰਦੇ ਸੀਗੇ, ਸੜਕ ਤੇ ਬਹਿ ਜਾਂਦੇ ਸੀ ਮੁਆਵਜ਼ੇ ਵਾਸਤੇ, ਉਹਦੇ ਉਲਟ ਇੱਕ ਬਿੱਲ ਬਣਾਇਆ ਗਿਆ ਜੀ। ਜੇ ਉਹਨੂੰ ਨਹੀਂ ਮੰਨਿਆ
ਤੇ ਕਾਨੂੰਨ ਦੇ ਮੁਤਾਬਕ 6 ਮਹੀਨੇ ਤੋਂ ਲੈ ਕੇ 3 ਸਾਲ ਤੱਕ ਦੀ ਕੈਦ ਹੋ ਸਕਦੀ ਹੈ ਤੇ 1 ਲੱਖ ਰੁਪਇਆ ਜੁਰਮਾਨਾ ਵੀ ਲਾਇਆ ਜਾ ਸਕਦਾ। ਇੱਕ ਤਾਂ ਇਹ ਹੋ ਗਿਆ ਜੀ। ਦੂਜਾ ਟਰੈਵਲ ਏਜੰਟ ਰਜਿਸਟ੍ਰੇਸ਼ਨ ਐਂਡ ਰੈਗੂਲੇਸ਼ਨ ਐਕਟ ਲੈ ਕੇ ਆ ਰਹੀ ਹੈ, ਜਿਹਦੇ ਚ ਜਿਹੜੇ ਟਰੈਵਲ ਏਜੰਟ ਨੇ ਉਹਨਾਂ ਨੂੰ ਬਿਨਾਂ ਰਜਿਸਟ੍ਰੇਸ਼ਨ ਤੋਂ ਉਹਨਾਂ ਦਾ ਕੰਮ ਕਰਨ ਨਹੀਂ ਦਿੱਤਾ ਜਾਊਗਾ। ਜੇ ਪਤਾ ਲੱਗਿਆ ਤਾਂ ਫਿਰ 7 ਸਾਲ ਦੀ ਕੈਦ ਉਹਨਾਂ ਨੂੰ ਹੋ ਸਕਦੀ ਹੈ ਤੇ 5 ਲੱਖ ਰੁਪਏ ਦਾ ਜੁਰਮਾਨਾ ਵੀ ਹੋ ਸਕਦਾ। ਹਰਿਆਣੇ ਦਾ ਤੀਜਾ ਜਿਹੜਾ ਅੱਜ ਬਿੱਲ ਪਾਸ ਹੋਇਆ ਜੀ, ਹਰਿਆਣਾ ਜੂਆ ਸੱਟਾ ਵਿਧੇਇਕ, ਯਾਨੀ ਕਿ ਜਿਹੜੇ ਸੱਟੇਬਾਜ਼ੀ ਚੱਲਦੀ ਹੈਗੀ ਆ ਚੋਣਾਂ 'ਚ ਜਾਂ ਫਿਰ ਖੇਡਾਂ 'ਚ, ਜਿਵੇਂ IPL ਚੱਲ ਰਿਹਾ ਉਸ ਦੇ ਵਿੱਚ ਸੱਟੇਬਾਜ਼ੀ ਚੱਲ ਰਹੀ ਹੈ, ਫਿਰ ਚੋਣਾਂ 'ਚ ਵੀ ਜਿਹੜੀ ਸੱਟੇਬਾਜ਼ੀ ਹੁੰਦੀ ਹੈ ਉਹਦੇ ਉਲਟ ਇਹ ਲੈ ਕੇ ਆਇਆ ਗਿਆ ਹੈਗਾ ਬਿੱਲ, ਤੇ 3 ਤੋਂ 5 ਸਾਲ ਦਾ ਕੈਦ ਹੋ ਸਕਦਾ ਹੈਗਾ। ਤੇ ਚੌਥਾ ਤੇ ਆਖਰੀ ਜਿਹੜਾ ਹੈਗਾ ਉਹ ਕੰਟਰੈਕਟ ਜਿਹੜੇ EMPLOYE ਹੈਗੇ ਉਹਨਾਂ ਦਾ ਜੋਬ ਸਿਕਿਉਰਿਟੀ ਐਕਟ ਲੈ ਕੇ ਆਇਆ ਗਿਆ ਹੈਗਾ। ਜਿਹੜੇ ਕੰਟਰੈਕਟ ਤੇ ਕਰਮਚਾਰੀ ਹੁੰਦੇ ਜੇ ਉਹ 5 ਸਾਲ ਤੱਕ ਆਪਣੀ ਸੇਵਾਵਾਂ ਕਰ ਸਕਦੇ ਹੈ, ਪੂਰੀ ਕਰ ਲੈਂਦੇ ਨੇ ਤਾਂ ਫਿਰ ਉਹਨਾਂ ਨੂੰ ਸੇਵਾ ਸੁਰੱਖਿਆ ਪ੍ਰਦਾਨ ਕੀਤੀ ਜਾਊਗੀ। ਇਹ ਚੀਜ਼ਾਂ ਹੈਗੀਆਂ। ਹਾਲਾਂਕਿ ਇਹਦੇ ਚ ਪੇਚ ਇਹ ਹੈ ਕਿ ਜਿਹੜਾ ਕੰਟਰੈਕਟ ਅੱਜ ਕੱਲ ਬਣ ਰਿਹਾ ਉਹ ਸਾਲ ਦਾ ਨਹੀਂ ਬਣ ਰਿਹਾ, 11 ਮਹੀਨੇ ਦੇ ਬਣਾ ਰਹੇ ਨੇ। 1 ਮਹੀਨਾ ਫਿਰ ਉਹਨਾਂ ਨੂੰ ਬਿਨਾਂ ਉਹ ਛੁੱਟੀ ਮਰਾ ਦਿੰਦੇ ਨੇ ਤੇ ਫਿਰ ਅਗਲੇ ਵਾਰ ਤੋਂ ਜੁਆਇਨ ਕਰਵਾਉਂਦੇ ਨੇ ਤੇ ਉਹ ਲਗਾਤਾਰ ਤਾਂ ਕਦੇ ਵੀ ਦਿਖਾਉਂਦੇ ਹੀ ਨਹੀਂ। ਇਹ ਚੀਜ਼ਾਂ ਆਪਾਂ ਨੂੰ ਦੇਖਣ ਨੂੰ ਮਿਲ ਰਹੀਆਂ ਨੇ ਜੀ। ਜੀ, ਸੋ ਨਾਲ ਦੀ ਨਾਲ ਹਰਿਆਣੇ ਦਾ ਹੀ ਇਸ ਖਬਰ ਤੇ ਵੀ ਚਾਨਣਾ ਪਾ ਦਿਓ ਕਿ ਗਾਣਿਆਂ 'ਚ ਜਿਹੜਾ ਗਨ ਕਲਚਰ ਹੈ ਹਰਿਆਣੇ ਤੇ, ਇਸ ਤੇ ਵੀ ਵਿਵਾਦ ਛਿੜਿਆ ਹੋਇਆ ਹਰਿਆਣੇ 'ਚ। ਹਾਂਜੀ, ਹਰਿਆਣੇ 'ਚ ਇਹ ਵੱਡਾ ਦੇ ਟਾਈਮ ਇਸ਼ੂ ਚੱਲਿਆ ਹੋਇਆ ਹੈਗਾ ਕਿ ਜਿਹੜੇ ਬਦਮਾਸ਼ੀ ਵਾਲੇ ਗਾਣੇ ਹੈਗੇ, ਗਨ ਕਲਚਰ ਵਾਲੇ ਗਾਣੇ ਹੈਗੇ, ਉਹਨਾਂ ਨੂੰ ਰਿਮੂਵ ਕੀਤਾ ਜਾ ਰਿਹਾ ਹੈ। ਤੇ ਹਜੇ ਤੱਕ ਜਿਹੜੀ ਸਾਈਬਰ ਸੈੱਲ ਹੈਗੀ ਆ ਹਰਿਆਣਾ ਪੁਲਿਸ ਦੀ, ਉਹਨੇ 9 ਗਾਣੇ ਰਿਮੂਵ ਕੀਤੇ ਨੇ। 7 ਗਾਣੇ ਸਿਰਫ ਇੱਕੋ ਸਿੰਗਰ ਦੇ ਸੀਗੇ, ਮਾਸੂਮ ਸ਼ਰਮਾ ਦੇ। ਇਸੇ ਕਰਕੇ ਸਾਰਾ ਵਿਵਾਦ ਚੱਲ ਰਿਹਾ ਹੈਗਾ। ਹਾਲਾਂਕਿ ਇਹ ਇਹਨਾਂ ਦਾ ਹੀ ਪੱਠਾ ਰਿਹਾ ਹੈ, ਜਿਹੜਾ ਮਾਸੂਮ ਸ਼ਰਮਾ ਹੈ ਉਹ RSS ਵਾਲਿਆਂ ਦਾ ਹੀ ਪੱਠਾ ਰਿਹਾ, ਉਹਨਾਂ ਦੀ ਲੈਂਡ ਟੋਕਰ ਦਾ ਰਿਹਾ ਹੈਗਾ। ਤੇ ਹੁਣ ਉਹ ਅਗੇਂਸਟ ਬੋਲ ਰਿਹਾ, ਸਰਕਾਰ ਦੇ ਅਗੇਂਸਟ ਨਹੀਂ ਬੋਲ ਰਿਹਾ, ਇੱਕ ਦੂਜੇ ਸਿੰਗਰ ਦੇ ਅਗੇਂਸਟ ਬੋਲ ਰਿਹਾ, ਜਿਹੜਾ ਅੱਜ ਕੱਲ ਨਵਾਂ ਮੁੱਖ ਮੰਤਰੀ ਨਾਇਬ ਸੈਣੀ ਦਾ ਚਮਚਾ ਬਣਿਆ ਹੋਇਆ, ਉਹਦੇ ਉਲਟ ਬੋਲ ਰਿਹਾ। ਕਹਿ ਰਿਹਾ ਕਿ ਇਹਨੇ ਜੈਲਸੀ ਕਰਕੇ ਮੇਰੇ ਗਾਣੇ ਰਿਮੂਵ ਕਰਾਏ ਨੇ। ਇਹ ਮੋਟਾ ਵਿਵਾਦ ਹੈ ਜੀ। ਬਾਕੀ ਗਾਣਿਆਂ 'ਚ ਹੈ ਕਿ ਗਾਣਿਆਂ 'ਚ ਇਹ ਇਸੇ ਕਿਸਮ ਦਾ ਹੈਗਾ ਕਿ ਮੈਂ ਬਹੁਤ ਘੈਂਟਾਂ, ਮਤਲਬ ਮੇਰੇ ਕੋਲ ਬਹੁਤ ਤਾਕਤ ਹੈ, ਮੈਂ ਗੈਂਗਸਟਰ ਹਾਂ, ਮੇਰੇ ਕੋਲ ਵੱਡੀਆਂ ਤੋਪਾਂ ਨੇ, ਤਲਵਾਰਾਂ ਨੇ, ਗੰਨਾਂ ਨੇ, ਮੇਰਾ ਤਾਂ ਇੱਕ ਪੈਰ ਜੇਲ੍ਹ 'ਚ ਹੁੰਦਾ, ਇੱਕ ਪੈਰ ਸੁਸਾਇਟੀ 'ਚ ਹੁੰਦਾ। ਇਸ ਕਿਸਮ ਦੇ ਗਾਣੇ ਨੇ ਇਹ ਗਾਣੇ। ਆਪਾਂ ਨੂੰ ਪਤਾ ਕਿ ਜਿਹੜੀ ਆਪਣੀ ਰੂਰਲ ਆਡੀਅנס ਹੈ, ਸਾਰੀ ਰੂਰਲ ਜਿੰਨਾ ਵੀ ਕਰਾਊਡ ਹੈ, ਪਿੰਡੂ ਜਿਹੜਾ ਤਬਕਾ ਹੈਗਾ ਉਹ ਸੁਣਦਾ ਗਾ, ਜਿਹਦੇ ਛੋਟੀ ਕਿਸਾਨੀ, ਮਜ਼ਦੂਰ ਤਬਕਾ, ਇਹ ਸਾਰੇ ਸੁਣਦੇ ਨੇ, ਉਹਨਾਂ ਦੇ ਬੱਚੇ। ਤੇ ਦੇਖੋ ਇਹ ਸਾਰਿਆਂ ਜਿਹੜਾ ਫਿਲੋਸਫੀਕਲ ਪੁਆਇੰਟ ਆਫ ਵਿਊ ਤੋਂ ਗੱਲ ਕਰੀਏ ਤੇ ਇਹਨਾਂ 'ਚ ਮੇਨ ਕੀ ਹੈ? ਮੇਨ ਇਹ ਹੈ ਕਿ ਮੈਂ ਹੀ ਆ ਬਸ। ਤੇ ਕਿਤੇ ਨਾ ਕਿਤੇ ਜਿਹੜਾ ਯੂਥ ਸੋਸਾਇਟੀ ਵੱਲੋਂ ਰਿਜੈਕਟ ਕਰ ਦਿੱਤਾ ਜਾਂਦਾ ਆ, ਸਰਕਾਰ ਵੱਲੋਂ ਰਿਜੈਕਟ ਕਰ ਦਿੱਤਾ ਜਾਂਦਾ, ਉਹਨੂੰ ਨਾ ਤਾਂ ਜੋਬ ਦਿੱਤੀ ਜਾਂਦੀ ਹੈ, ਨਾ ਉਹਨੂੰ ਪੜ੍ਹਾਈ ਲਿਖਾਈ ਮਿਲਦੀ ਹੈਗੀ ਆ। ਉਹਨੂੰ ਕਿਤੇ ਨਾ ਕਿਤੇ ਗਾਣੇ ਬਹੁਤ ਪਸੰਦ ਆਉਂਦੇ ਨੇ ਕਿ ਉਹ ਕਹਿੰਦਾ ਅੱਛਾ, ਸੋਸਾਇਟੀ ਨੇ, ਸਰਕਾਰ ਨੇ ਮੈਨੂੰ ਰਿਜੈਕਟ ਕਰਤਾ, ਮੈਂ ਵੀ ਇਹਨਾਂ ਨੂੰ ਕੁਝ ਨਹੀਂ ਜਾਣਦਾ, ਮੈਂ ਵੀ ਇਹਨਾਂ ਨੂੰ ਟੱਚ ਨਹੀਂ ਜਾਣਦਾ ਤੇ ਮੈਂ ਬਹੁਤ ਵੱਡਾ ਬਦਮਾਸ਼ ਹਾਂ। ਉਹ ਫੀਲਿੰਗ ਲੈਣ ਲੱਗ ਜਾਂਦਾ ਗਾਣਿਆਂ ਨੂੰ ਲੈ ਕੇ। ਹਾਲਾਂਕਿ ਮੈਂ ਜਿਹੜੇ ਆਰਟਿਸਟ ਹੈਗੇ ਉਹਨਾਂ ਦੀ ਫਰੀडम ਆਫ ਐਕਸਪ੍ਰੈਸ਼ਨ ਨਾਲ ਖੜਾਂਗਾ, ਪਰ ਇਹਨਾਂ ਦੇ ਜਿਹੜੇ ਗਾਣੇ ਹੈਗੇ ਆ ਉਹ ਸੋਸਾਇਟੀ 'ਚ ਕੁਝ ਐਡ ਆਨ ਨਹੀਂ ਕਰ ਰਹੇ, ਬਲਕਿ ਜਿਹੜਾ ਰੈਸਟਲੈਸਨੈਸ ਹੈ ਉਹਨੂੰ ਕਿਤੇ ਨਾ ਕਿਤੇ ਓਪੀਐਮ ਵਾਂਗ ਸੋਸਾਇਟੀ ਨੂੰ ਦੂਜੇ ਪਾਸੇ ਲਾ ਰਹੇ ਨੇ। ਹੁਣ ਲੜਨ, ਸਰਕਸ ਦਾ ਕੰਮ ਕਰਦੇ ਨੇ। ਬਿਲਕੁਲ ਲੋੜ ਤਾਂ ਹੈਗੀ ਆ ਲੜਨ ਦੀ, ਜਿਵੇਂ ਪ੍ਰੈਸ਼ਰ ਵਾਲ 'ਚ ਪ੍ਰੈਸ਼ਰ ਘਟ ਕਰਨ ਦਾ ਕੰਮ ਕਰਦੇ ਨੇ ਬੇਸਿਕਲੀ, ਤੇ ਲੋੜ ਤਾਂ ਹੈਗੀ ਲੜਨ ਦੀ। ਇਹ ਦੂਜੇ ਪਾਸੇ ਲੜਾ ਰਹੇ ਨੇ। ਸਰਕਾਰ ਨਾਲ ਲੜਨ ਦੀ ਲੋੜ ਹੈ, ਜਿਹੜਾ ਹੁਕਮਰਾਨ ਲੋਕਾਂ ਦੇ ਕੰਮ ਨਹੀਂ ਕਰਦਾ ਉਹਦੇ ਖਿਲਾਫ ਲੜਨ ਦੀ ਲੋੜ ਹੈ। ਇਹ ਲੋਕਾਂ ਨੂੰ ਆਪਸ 'ਚ ਲੜਾਈ ਜਾ ਰਹੇ ਨੇ। ਇਹ ਚੱਕਰ ਬਹੁਤ ਮੈਨੂੰ ਲੱਗਦਾ ਹੈਗਾ। ਇਸ ਕਰਕੇ ਮੈਂ ਇਹਨਾਂ ਆਰਟ ਦੇ ਪੱਖੋਂ ਇਹਨਾਂ ਦਾ ਸਮਰਥਨ ਨਹੀਂ ਕਰਦਾ, ਪਰ ਇਹਨਾਂ ਦੇ ਫਰੀडम ਆਫ ਸਪੀਚ ਨਾਲ ਖੜਿਆਂਗਾ। ਤੁਸੀਂ ਜਿਹੜੀ ਸਰਕਾਰ ਹੈ ਅੱਜ ਤਾਂ ਇਹਨਾਂ ਨੂੰ ਟਾਰਗੇਟ ਕਰ ਰਹੀ ਹੈ, ਕੱਲ ਨੂੰ ਜਿਹੜੇ ਗਾਇਕ ਏਦਾਂ ਦੇ ਵੀ ਹੈਗੇ ਜਿਹੜੇ ਚੰਗੇ ਗਾਣੇ ਗਾਉਂਦੇ ਨੇ, ਪ੍ਰੋਟੈਸਟ ਵਗੈਰਾ ਤੇ ਗਾਣੇ ਗਾਉਂਦੇ ਨੇ, ਉਹਨਾਂ ਨੂੰ ਵੀ ਟਾਰਗੇਟ ਕਰੂਗੀ ਕਿ ਦੇਖੋ ਜੀ ਇਹ ਤਾਂ ਸੋਸਾਇਟੀ 'ਚ ਅਨਰੈਸਟ ਫਲਾਣਾ ਚਾਹੁੰਦੇ ਆ। ਤੇ ਉਹ ਤੋਂ ਬਾਅਦ ਕਿਤੇ ਨਾ ਕਿਤੇ ਮੈਨੂੰ ਲੱਗਦਾ ਕਿ ਇਸੇ ਕਰਕੇ ਇਹਦਾ ਫਰੀडम ਆਫ ਸਪੀਚ ਵਾਲੇ ਮਾਮਲੇ ਤੋਂ ਤਾਂ ਇਹਦਾ ਸਪੋਰਟ ਹੋਣਾ ਚਾਹੀਦਾ। ਕਲਾ ਪੱਖੋਂ ਮੈਂ ਇਹਨਾਂ ਦਾ ਕ੍ਰਿਟਿਕ ਹੀ ਰਿਹਾ ਤੇ ਅੱਗੇ ਵੀ ਰਵਾਂਗਾ। ਇਹ ਪਰ ਹਰਿਆਣੇ ਦੀ ਸੋਸਾਇਟੀ 'ਚ ਬਹੁਤ ਵੱਡਾ ਇਸ਼ੂ ਛਿੜਿਆ ਹੋਇਆ, ਹਰ ਦੂਜਾ ਬੰਦਾ ਇਸੇ ਬਾਰੇ ਗੱਲ ਕਰ ਰਿਹਾ ਜੀ। ਨੌਜਵਾਨ ਕਹਿ ਰਹੇ ਨੇ ਕਿ ਜਿਹੜੇ ਬਦਮਾਸ਼ੀ ਦੇ ਗਾਣੇ, ਅਸੀਂ ਜਿਮ ਵਗੈਰਾ ਤੇ ਜਾਂਦੇ ਆ, ਐਕਸਰਸਾਈਜ਼ ਲਾਉਂਦੇ ਆ ਤੇ ਇਹਨਾਂ ਗਾਣਿਆਂ ਕਰਕੇ ਹੀ ਸਾਨੂੰ ਮਤਲਬ ਇੱਕ ਹਿਸਾਬ ਨਾਲ ਪ੍ਰੀ ਵਰਕਆਊਟ ਵਰਗਾ ਫੀਲ ਦਿੰਦੇ ਨੇ। ਹਾਂ, ਪੁਸ਼ ਮਿਲਦਾ ਜੀ, ਪੁਸ਼ ਮਿਲਦਾ ਹੈ, ਕਿੱਕ ਲੈਣ ਦੀ ਗੱਲ ਹੈ। ਇਹ ਵੀ ਆਪਣੇ ਕਿਸਮ ਦੀ ਇੱਕ ਅਲੱਗ ਚਰਚਾ ਹੈ, ਪਰ ਜੋ ਕੁਝ ਵੀ ਹੈ ਇਹ ਧਿਆਨ ਭਟਕਾਉਣ ਦੇ ਵੀ ਬਹੁਤ ਚੰਗੇ ਸਰੋਤ ਹੁੰਦੇ ਨੇ। ਪਰ ਅੱਗੇ ਚੱਲੀਏ, ਭੁਪੇਸ਼ ਬਘੇਲ ਹੋਣਾ ਦੀਆਂ ਚਿੰਤਾਵਾਂ ਲਗਾਤਾਰ ਵੱਧਦੀਆਂ ਜਾ ਰਹੀਆਂ ਨੇ। ਕੁਝ ਦਿਨ ਪਹਿਲਾਂ ਵੀ ਇੱਕ ਰੇਡ ਸੀ ਤੇ ਹੁਣ CBI ਦੀ ਰੇਡ ਪਈ ਹੈ
ਤੇ ਸਮਰਥਕਾਂ ਨੇ ਹੰਗਾਮਾ ਵੀ ਕੀਤਾ ਹੈ। ਪਾਇਓ ਤਾਂ ਸਾਰੀ ਖਬਰ ਤੇ ਚਾਨਣਾ। ਹਾਂਜੀ, ਦੇਖੋ ਭੁਪੇਸ਼ ਬਘੇਲ ਦੇ ਜਿੰਨੇ ਵੀ ਕਰੀਬੀ ਰਹੇ ਹੈਗੇ ਆ, ਉਹਨਾਂ ਦੇ ਓਐਸਡੀ, ਉਹਨਾਂ ਦੇ ਪ੍ਰਾਈਵੇਟ ਸੈਕਟਰੀ, ਉਹਨਾਂ ਦੇ ਜਿਹੜੇ ਕੋਲ ਰਹਿਣ ਵਾਲੇ ਵਿਧਾਇਕ, ਸਾਰਿਆਂ ਦੇ ਘਰਾਂ ਤੇ ਕਿਤੇ ਨਾ ਕਿਤੇ ਇਹ ਈਡੀ ਦੀ ਰੇਡ ਹੋਈ ਹੈ, ਸੀਬੀਆਈ ਦੀ ਰੇਡ ਹੋਈ ਹੈ। ਸੀਬੀਆਈ ਦੀ ਰੇਡ ਮਹਾਦੇਵ ਸੱਟਾ ਐਪ ਵਾਲੇ ਮਾਮਲੇ 'ਚ ਹੋਈ ਹੈਗੀ ਆ, ਜਿਹਦੇ 'ਚ ਉਹਨਾਂ ਦੇ ਦੋ ਓਐਸਡੀ ਰਗੜਤੇ, 2 ਸੈਕਟਰੀ ਰਗੜਤੇ, ਇੱਕ ਉਹਨਾਂ ਦਾ ਜਿਹੜਾ ਨਾਲ ਵਿਧਾਇਕ ਰਹਿੰਦਾ ਸੀਗਾ ਦਵਿੰਦਰ ਯਾਦਵ, ਉਹਨੂੰ ਰਗੜਤਾ, ਜਿਹੜਾ ਰਿਟਾਇਰਡ ਆਈਐਸ ਹੈ ਉਹਨੂੰ ਰਗੜਤਾ, 4 ਆਈਪੀਐਸ ਰਗੜਤੇ। ਤੇ ਇਹ ਪੂਰਾ ਅੱਜ ਸੀਬੀਆਈ ਨੇ ਛਾਪੇਮਾਰੀ ਕੀਤੀ ਹੈ। 10 ਤੋਂ ਜ਼ਿਆਦਾ ਟੀਮਾਂ ਸੀਗੀਆਂ ਸੀਬੀਆਈ ਦੀਆਂ, ਤੇ ਭੋਪਾਲ, ਦਿੱਲੀ, ਆਪਾਂ ਕਹਿ ਲਈਏ ਹੋਰ 1-2 ਥਾਵਾਂ ਤੇ ਇਹ ਅੱਡ-ਅੱਡ ਸ਼ਹਿਰਾਂ ਦੇ ਵਿੱਚ ਵੀ ਗਏ ਨੇ, ਮਤਲਬ 4 ਅੱਡ-ਅੱਡ ਸਟੇਟਾਂ 'ਚ ਜਾ ਕੇ, ਦਿੱਲੀ, ਭੋਪਾਲ, ਕਲਕੱਤਾ, ਛੱਤੀਸਗੜ੍ਹ, ਇਹ ਸਾਰੇ ਕਿਤੇ ਇਹਨਾਂ ਨੇ ਮਤਲਬ ਛਾਪੇਮਾਰੀ ਕੀਤੀ ਹੈ। ਤੇ ਇਹ ਮੋਟੀ ਖਬਰ ਨਿਕਲ ਕੇ ਆ ਰਹੀ ਹੈ। ਪੰਜਾਬ ਦਾ ਜਦੋਂ ਤੋਂ ਉਹਨਾਂ ਨੂੰ ਆਪਾਂ ਕਹਿ ਲਈਏ ਕਾਂਗਰਸ ਨੇ ਇੰਚਾਰਜ ਲਾਇਆ ਹੈਗਾ, ਉਦੋਂ ਤੋਂ ਉਹਨਾਂ ਤੇ ਈਡੀ ਅਤੇ ਸੀਬੀਆਈ ਦਾ ਹਮਲਾ ਸ਼ੁਰੂ ਹੋ ਗਿਆ ਹੈਗਾ। ਜਿਹੜੇ ਕਾਂਗਰਸੀ ਹੈ ਉਹ ਇਹ ਕਹਿ ਰਹੇ ਨੇ ਕਿ ਉਹਨਾਂ ਨੂੰ ਵੀ ਕੰਪਰੋਮਾਈਜ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਤਾਂ ਕਿ ਪੰਜਾਬ 'ਚ 2027 'ਚ ਜਿਹੜੇ ਚੋਣ ਆ ਰਹੇ ਨੇ ਉੱਥੇ ਉਹ ਵਧੀਆ ਡਿਸੀਜਨ ਨਾਲ ਲੈ ਸਕਣ, ਉਹਨਾਂ ਦਾ ਧਿਆਨ ਭਟਕਾਉਣ ਦੀ ਕੋਸ਼ਿਸ਼ ਹੈ। ਇਸ ਕਿਸਮ ਦੀਆਂ ਚੀਜ਼ਾਂ ਚੱਲ ਰਹੀਆਂ ਨੇ। ਮਹਾਦੇਵ ਸੱਟਾ ਵਾਲੇ ਮਾਮਲੇ ਦੇ ਵਿੱਚ ਤਾਂ ਖਾਸਾ ਵਿਵਾਦ ਪਿਆ ਹੋਇਆ ਹੈਗਾ ਜੀ। ਉਹ ਇੱਕ ਐਪ ਸੀਗੀ ਮਹਾਦੇਵ ਕਰਕੇ, ਉਹਨੂੰ ਲੈ ਕੇ ਬਹੁਤ ਚੀਜ਼ਾਂ ਅੱਗੇ ਪਿੱਛੇ ਚੱਲ ਰਹੀਆਂ ਨੇ ਜੀ। ਸੋ ਜੇਕਰ ਅੱਗੇ ਚੱਲੀਏ ਤਾਂ ਅੱਜ ਆਖਿਰਕਾਰ ਪੰਜਾਬ ਦੇ ਵਿੱਚ ਬਜਟ ਪੇਸ਼ ਹੋ ਗਿਆ ਜੀ। ਇਹ ਬਜਟ ਕਿਹਦੇ ਲਈ ਖੁਸ਼ਹਾਲੀ ਲੈ ਕੇ ਆਇਆ ਤੇ ਕਿਹਦੇ ਹਾਲੇ ਜੇਬ ਖਾਲੀ ਰਹੂਗੀ, ਕਿਉਂਕਿ ਕੁਝ ਬੀਬੀਆਂ ਨੂੰ ਤਾਂ ਉਡੀਕ ਸੀ ਵੀ ਸ਼ਾਇਦ ਇਸ ਵਾਰ ਸਾਡੀ ਝੋਲੀ ਦੇ ਵਿੱਚ ਕੁਝ ਪੈਸੇ ਆ ਜਾਣਗੇ। ਪਰ ਕੀ ਕਹਿੰਦਾ ਹੈ ਜੀ ਬਜਟ? ਦੇਖੋ, ਅੱਜ ਪੰਜਾਬ ਦੇ ਫਾਈਨਾਂਸ ਮਿਨਿਸਟਰ ਹੈਗੇ ਹਰਪਾਲ ਸਿੰਘ ਚੀਮਾ, ਉਹਨਾਂ ਨੇ ਬਜਟ ਪੇਸ਼ ਕੀਤਾ ਹੈਗਾ। ਬਜਟ ਦੀ ਥੀਮ ਉਹਨਾਂ ਨੇ ਕਿਹਾ ਕਿ ਮੇਰਾ ਪੰਜਾਬ ਬਦਲਤਾ ਪੰਜਾਬ, ਸਾਡਾ ਪੰਜਾਬ ਤੇ ਬਦਲਦਾ ਪੰਜਾਬ, ਇਹ ਉਹਨਾਂ ਨੇ ਥੀਮ ਦਿੱਤੀ ਹੈਗੀ ਆ। ਤੇ 2,36,000 ਕਰੋੜ ਦਾ ਇਹ ਬਜਟ ਹੈ। ਇਸ ਬਜਟ 'ਚ ਜਿਹੜਾ ਦਿੱਲੀ ਵਿਧਾਨ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਵਾਲੇ ਥਾਪੀਆਂ ਮਾਰ ਰਹੇ ਸੀ ਕਿ ਅਸੀਂ ਨੈਕਸਟ ਬਜਟ 'ਚ 1100 ਰੁਪਇਆ ਦੇ ਦਾਂਗੇ, ਆਮ ਆਦਮੀ ਪਾਰਟੀ ਦੇ ਜਿਹੜੇ ਮੁੱਖ ਮੰਤਰੀ ਨੇ ਭਗਵੰਤ ਮਾਨ, ਅਰਵਿੰਦ ਕੇਜਰੀਵਾਲ, ਸਾਰਿਆਂ ਨੇ ਗਾਰੰਟੀਆਂ ਦਿੱਤੀਆਂ ਸੀ। ਇੱਕ ਤਾਂ ਇੰਡੀਆ ਟੁਡੇ ਦੀ ਇੱਕ ਕਲਿੱਪ ਵੀ ਵਾਇਰਲ ਹੋ ਰਹੀ ਹੈ, ਜਿਹਦੇ ਤੇ ਭਗਵੰਤ ਮਾਨ ਕਹਿ ਰਿਹਾ ਸੀ 2 ਮਹੀਨਿਆਂ ਬਾਅਦ ਬਜਟ ਆਣਾ, ਉਹਦੇ ਤੇ ਮੈਂ 1100 ਰੁਪਇਆ ਦੇ ਦਾਂਗਾ। ਤੇ ਉਹ ਦੇਖੋ 1100 ਰੁਪਇਆ ਤਾਂ ਨਹੀਂ ਮਿਲਿਆ ਇਸ ਵਾਰ। ਬਾਕੀ ਜੀ ਇਹਨਾਂ ਨੇ 150 ਕਰੋੜ ਰੁਪਇਆ ਕਹਿ ਰਹੇ ਕਿ ਅਸੀਂ ਡਰੱਗ ਜਨਗਣਨਾ ਕਰਾਵਾਂਗੇ, ਜਿਹਦੇ ਤੇ ਅਸੀਂ ਉਹਨਾਂ ਲੋਕਾਂ ਨੂੰ ਚਿੰਨ੍ਹਿਤ ਕਰਾਂਗੇ ਜਿਹੜੇ ਕਿ ਡਰੱਗਸ ਕਰ ਰਹੇ ਨੇ। ਬਾਕੀ 250 ਕਰੋੜ ਰੁਪਏ ਇਹਨਾਂ ਨੇ ਕਿਹਾ ਕਿ ਅਸੀਂ ਇੰਡਸਟਰੀ ਵਾਸਤੇ ਰੱਖੇ ਨੇ। ਬਾਕੀ ਤਾਂ ਇਹੀ ਹੈ ਮੋਟਾ ਤਾਂ। ਸੀਐਮ ਸਟਰੀਟ ਲਾਈਟ ਯੋਜਨਾ ਇੱਕ ਯੋਜਨਾ ਲੈ ਕੇ ਆ ਰਹੇ ਨੇ, ਜਿਹਦੇ ਤੇ ਕਹਿ ਰਹੇ ਨੇ ਕਿ ਅਸੀਂ 2.5 ਲੱਖ ਸਟਰੀਟ ਲਾਈਟਾਂ ਲਵਾਵਾਂਗੇ। ਰੰਗਲਾ ਪੰਜਾਬ ਸਕੀਮ ਦੇ ਤਹਿਤ ਇਹਨਾਂ ਨੇ 585 ਕਰੋੜ ਦਾ ਬਜਟ ਰੱਖਿਆਗਾ ਜੀ। ਤੇ ਇਹ ਮੋਟਾ ਹੈ। ਤੇ ਬਾਕੀ ਪੰਜਾਬ ਦੀ ਜੇਲ੍ਹਾਂ 'ਚ AI ਬੇਸਡ CCTV ਕੈਮਰਾ ਲਾਏ ਜਾਣਗੇ, ਇਹ ਚੀਜ਼ਾਂ ਨੇ। ਤੇ ਆਪਾਂ ਗੱਲ ਕਰ ਲਈਏ ਮਹਿਲਾਵਾਂ ਦੀ, ਤਾਂ ਮਹਿਲਾਵਾਂ ਨੂੰ 1100 ਰੁਪਇਆ ਇਸ ਵਾਰ ਵੀ ਨਹੀਂ ਮਿਲਿਆ। ਸ਼ਾਇਦ ਅਗਲੇ ਬਜਟ 'ਚ ਦੇਣ, ਪਰ ਆਪਾਂ ਨੂੰ ਲੱਗ ਰਿਹਾ ਮਤਲਬ ਉਹ ਜਿਸ ਹਿਸਾਬ ਦਾ ਕਰਜ਼ਾ ਹੋ ਰੱਖਿਆ ਉਸ ਹਿਸਾਬ ਨਾਲ ਲੱਗਦਾ ਨਹੀਂ ਕਿ ਇਹਨਾਂ ਤੇ ਮਤਲਬ ਉਹ ਲੈ ਕੇ ਆ ਸਕਦੇ ਸੀਗੇ। ਬਾਕੀ ਲੱਗ ਰਿਹਾ ਸੀਗਾ ਕਿ ਕਿਸਾਨਾਂ ਨੂੰ ਬਹੁਤ ਵੱਡਾ ਕੁਝ ਦਿੱਤਾ ਜਾਊਗਾ, ਏਦਾਂ ਦਾ ਕੁਝ ਇਸ ਬਜਟ 'ਚ ਹੈ ਨਹੀਂ। ਕਿਸਾਨਾਂ ਵਾਸਤੇ ਵਿਸ਼ੇਸ਼ ਨਹੀਂ ਹੈ, ਬਲਕਿ ਜੋ ਇੰਡਸਟਰੀ ਨੂੰ 250 ਕਰੋੜ ਰੁਪਇਆ ਦੇਣ ਦੀ ਗੱਲ ਕਹੀ ਹੈ ਉਹਨੂੰ ਖਾਸਾ ਹਾਈਲਾਈਟ ਕੀਤਾ ਹੈ, ਯਾਨੀ ਕਿ ਆਪਣੀ ਜਿਹੜੀ ਕੀ ਕਹੀਏ ਜਵਾਬਦੇਹੀ ਹੈ ਉਹਨੂੰ ਸ਼ਿਫਟ ਕਰ ਰਹੀ ਹੈ ਕਿਸਾਨਾਂ ਤੋਂ ਇੰਡਸਟਰੀ ਵੱਲ। ਇਹ ਕਿਤੇ ਨਾ ਕਿਤੇ ਇਸ ਬਜਟ ਤੋਂ ਹੀ ਲੱਗਿਆ ਕਿ ਉਧਰ ਭੱਜ ਰਹੇ ਨੇ। ਬਾਕੀ ਮੋਟਾ ਜੇ ਤੁਸੀਂ ਡਿਪਾਰਟਮੈਂਟ ਵਾਈਜ਼ ਕਹੋਗੇ ਤਾਂ ਮੈਂ ਉਹ ਵੀ ਪੜ੍ਹ ਦਿੰਦਾ। ਜਿਹੜੀ ਸਿੱਖਿਆ ਵਾਸਤੇ 17,975 ਕਰੋੜ ਰੁਪਇਆ, ਹੈਲਥ ਵਾਸਤੇ 5,598 ਕਰੋੜ ਰੁਪਇਆ, ਖੇਡਾਂ ਵਾਸਤੇ 979 ਕਰੋੜ ਰੁਪਇਆ, ਖੇਤੀਬਾੜੀ ਵਾਸਤੇ 4500 ਕਰੋੜ ਰੁਪਇਆ, ਸੋਸ਼ਲ ਜਸਟਿਸ ਵੈਲਫੇਅਰ ਡਿਪਾਰਟਮੈਂਟ ਵਾਸਤੇ 9300 ਕਰੋੜ ਰੁਪਇਆ, ਬਿਜਲੀ ਵਾਸਤੇ 7600 ਕਰੋੜ ਰੁਪਇਆ, ਅਰਬਨ ਡਿਵੈਲਪਮੈਂਟ ਵਾਸਤੇ 983 ਕਰੋੜ ਰੁਪਇਆ, ਯਾਨੀ ਕਿ 6000 ਕਰੋੜ ਲਾ ਲਓ ਤੁਸੀਂ। ਹੋਮ ਮਿਨਿਸਟਰੀ ਵਾਸਤੇ 11,500 ਕਰੋੜ ਰੁਪਇਆ, ਜਿਹੜੀ ਵਾਟਰ ਮੈਨੇਜਮੈਂਟ ਹੈ ਉਹਦੇ ਵਾਸਤੇ 3200 ਕਰੋੜ ਰੁਪਇਆ, ਤੇ ਟੂਰਿਜ਼ਮ ਵਾਸਤੇ 204 ਕਰੋੜ ਰੁਪਏ ਰੱਖਣ ਦੀ ਗੱਲ ਆਈ ਹੈ ਜੀ। ਜਿਹੜੇ ਪ੍ਰਤਾਪ ਸਿੰਘ ਬਾਜਵਾ ਹੈਗੇ ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਨਿਰਾ ਝੂਠ ਬੋਲ ਰਹੀ ਹੈ, ਕਿਉਂਕਿ ਉਹ ਲੀਡਰ ਆਫ ਆਪੋਜੀਸ਼ਨ ਹੈਗੇ ਆ ਵਿਧਾਨ ਸਭਾ ਦੇ ਵਿੱਚ। ਤੇ ਉਹਨਾਂ ਨੇ ਕਿਹਾ ਕਿ ਲਗਾਤਾਰ ਝੂਠ ਹੀ ਬੋਲ ਰਹੀ ਹੈ, ਇਹਨਾਂ ਨੇ ਕਰਨਾ ਕੁਛ ਨਹੀਂ। ਤੇ ਜੇ ਆਪਾਂ ਗੱਲ ਕਰ ਲਈਏ ਪੰਜਾਬ 'ਚ ਜਿਹੜਾ 1 ਰੁਪਇਆ ਖਰਚ ਹੋ ਰਿਹਾ ਹੈ ਉਹ ਕਿੱਥੇ ਲੱਗ ਰਿਹਾ ਹੈਗਾ। 1 ਰੁਪਏ 'ਚ
24 ਪੈਸੇ ਤਾਂ ਜਿਹੜੇ ਸੈਲਰੀਆਂ ਨੇ ਤੇ ਪੈਨਸ਼ਨ ਨੇ ਉਹਨਾਂ ਤੇ ਹੀ ਲੱਗ ਰਿਹਾ ਹੈਗਾ ਜੀ। ਬਾਕੀ ਜਿਹੜਾ ਪੰਜਾਬ ਤੇ ਜਿੰਨਾ ਕਰਜ਼ ਹੋ ਰੱਖਿਆ 21% ਯਾਨੀ ਕਿ 21 ਪੈਸੇ 1 ਰੁਪਈਏ ਚੋਂ 21 ਪੈਸੇ ਜਾ ਰਹੇ ਨੇ ਜੀ ਵਿਆਜ ਦੇ ਭੁਗਤਾਨ ਵਾਸਤੇ, ਵਿਆਜ ਭੁਗਤਾਉਣ ਵਾਸਤੇ, ਤੇ 12 ਪੈਸੇ ਦੇ ਨੇੜੇ ਤੇੜੇ ਸਿੱਖਿਆ ਤੇ ਵਾਸਤੇ ਲੱਗ ਰਿਹਾ ਹੈ ਤੇ 0.8 ਯਾਨੀ ਕਿ 1 ਪੈਸੇ ਤੋਂ ਵੀ ਘੱਟ ਉਹ ਬਿਜਲੀ ਸਬਸਿਡੀ ਵਾਸਤੇ ਜਾ ਰਿਹਾ ਹੈਗਾ। ਇਹ ਮੋਟਾ ਹੈਗਾ। ਬਾਕੀ ਇਹ ਤੋਂ ਇਲਾਵਾ ਜਿੰਨੇ ਬਚ ਗਏ ਉਹਦੇ 'ਚ ਸੜਕਾਂ ਲਾ ਲਓ, ਹੈਲਥ ਲਾ ਲਓ, ਸਟੇਟ ਜਿਹੜਾ ਟਰਾਂਸਪੋਰਟ ਲਾ ਲਓ, ਸੋਸ਼ਲ ਵੈਲਫੇਅਰ ਲਾ ਲਓ, ਖੇਤੀਬਾੜੀ ਲਾ ਲਓ, ਉਹਨਾਂ 'ਚ ਸਾਰੇ ਨਿਬੜ ਗਏ। ਯਾਨੀ ਕਿ ਖੇਤੀਬਾੜੀ ਵਾਸਤੇ ਕੋਈ ਸਪੈਸ਼ਲ ਐਫਰਟ ਨਹੀਂ ਹੈ। ਤੇ ਇਸ ਵਾਰ ਹੈਰਾਨੀ ਤੁਹਾਨੂੰ ਇਹ ਵੀ ਹੋਊਗੀ ਕਿ ਅਰਬਨ ਡਿਵੈਲਪਮੈਂਟ ਦਾ ਜਿਹੜਾ ਬਜਟ ਹੈ ਉਹ ਖੇਤੀਬਾੜੀ ਤੋਂ ਇਸ ਵਾਰ ਜ਼ਿਆਦਾ ਰੱਖਿਆ ਗਿਆ ਹੈਗਾ। ਜੀ ਖੇਤੀਬਾੜੀ ਦਾ ਰਿਜ਼ਲਟ 4500 ਕਰੋੜ ਰੁਪਏ ਹੈਗਾ ਤੇ ਅਰਬਨ ਡਿਵੈਲਪਮੈਂਟ ਦਾ 983 ਕਰੋੜ ਯਾਨੀ ਕਿ 6000 ਕਰੋੜ ਰੁਪਏ। ਯਾਨੀ ਕਿ ਹੁਣ ਪਿੰਡੂ ਤੋਂ ਸ਼ਹਿਰੀ ਹੋਣ ਦੀ ਕੋਸ਼ਿਸ਼ ਵੀ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਦੀ ਆਪਾਂ ਨੂੰ ਦਿਖ ਰਹੀ ਹੈ। ਉਹ ਕੋਸ਼ਿਸ਼ ਵੀ ਆਪਾਂ ਨੂੰ ਦਿਖ ਰਹੀ ਹੈ। ਇਹ ਮੋਟਾ ਸੀਗਾ ਜੀ। ਬਾਕੀ ਅੱਜ ਜਿਹੜਾ ਸੀਗਾ ਬਜਟ ਸੀਗਾ ਉਹਦੇ 'ਚ ਤਾਂ ਮਤਲਬ ਮੋਟੇ ਹਾਈਲਾਈਟਸ ਤਾਂ ਇਹ ਸੀਗੇ। ਹੋਰ ਤਾਂ ਮਤਲਬ ਮੈਨੂੰ ਇਹਦੇ 'ਚ ਕੁਛ ਲੱਗਦਾ ਨਹੀਂ। ਬਾਕੀ ਜੀ ਸਭ ਤੋਂ ਮੇਨ ਹਾਈਲਾਈਟ ਤਾਂ ਇਹ ਹੀ ਹੈ ਕਿ ਜਿਹੜੇ 1100 ਰੁਪਏ ਮਹਿਲਾਵਾਂ ਨੂੰ ਦੇਣੇ ਸੀ ਉਹ ਇਸ ਵਾਰ ਵੀ ਮੁੱਕਰ ਗਏ ਨੇ ਅਗਲੇ। ਜੀ ਸੋ ਮੁਕਰਨਾ ਇਹਨਾਂ ਦੀ ਫਿਤਰਤ 'ਚ ਹੈ, ਕਹਿੰਦੇ ਕੁਛ ਨੇ ਤੇ ਕਰਦੇ ਕੁਛ ਨੇ। ਸੋ ਖੈਰ ਉਹ 1100 ਜਾਂ 1000 ਰੁਪਏ ਨਾਲ ਕੁਝ ਸਵਾਰ ਵੀ ਬਹੁਤ ਨਹੀਂ ਹੋ ਜਾਣਾ। ਉਹ ਜਿਹੜੀਆਂ ਬੀਬੀਆਂ ਇਸ ਗੱਲ ਦੀ ਝਾਕ ਰੱਖਦੀਆਂ ਨੇ ਉਹਨਾਂ ਨੂੰ ਵੀ ਜਰਾ ਸੋਚਣਾ ਚਾਹੀਦਾ ਕਿ ਅਸੀਂ ਇਸ ਤੋਂ ਗਾਂਹ ਦੀ ਸੋਚੀਏ, ਅਸੀਂ ਕਾਰੋਬਾਰ ਰੋਜ਼ਗਾਰ ਮੰਗੀਏ, ਨਾ ਕਿ ਫ੍ਰੀ ਬੀਜ਼ ਦੇ ਪਿੱਛੇ ਭੱਜੀਏ। ਸੋ ਜਿਹੜੇ ਦੇ ਵੀ ਰਹੇ ਨੇ ਉਹ ਵੀ ਇਸੇ ਦੇ ਭਾਗੀ ਨੇ ਕਿ ਉਹ ਵੀ ਇਹੀ ਚਾਹੁੰਦੇ ਨੇ ਕਿ ਲੋਕ ਇਸੇ ਪਾਸੇ ਨੂੰ ਲੱਗੇ ਰਹਿਣ। ਪਰ ਅਗਲੀ ਖਬਰ ਤੇ ਚੱਲੀਏ ਜੀ, ਤੇ ਪੰਜਾਬ ਦੇ ਵਿੱਚ ਵੱਖ-ਵੱਖ ਪਿੰਡਾਂ ਦੇ ਵਿੱਚ ਬੈਠੇ ਹੋਏ ਜਿਹੜੇ ਕਿਸਾਨ ਆਗੂ ਨੇ ਉਹਨਾਂ ਤੇ ਰੇਡਾਂ ਚੱਲ ਰਹੀਆਂ ਜੀ। ਹੁਣ ਹਾਲੇ ਤੱਕ ਇਹ ਆਪਰੇਸ਼ਨ ਜਿਹੜਾ ਇਹਨਾਂ ਦਾ ਤੁਰਿਆ ਸੀ ਸ਼ੰਭੂ ਤੇ ਖਨੌਰੀ ਬਾਰਡਰ ਤੋਂ ਖਤਮ ਨਹੀਂ ਹੋਇਆ ਜਾਪਦਾ। ਹਾਂਜੀ, ਉਹ ਪੂਰਾ ਖਤਮ ਨਹੀਂ ਹੋਇਆ ਆਪਰੇਸ਼ਨ। ਜੇ ਗੱਲ ਕਰੀਏ ਫਰੀਦਕੋਟ ਦੀ, ਫਰੀਦਕੋਟ ਦੇ ਵਿੱਚ ਡੱਲੇਵਾਲ ਪਿੰਡ ਹੈ, ਉੱਥੇ ਵੀ ਰੇਡਾਂ ਹੋਈਆਂ ਨੇ। ਜਿਹੜੇ ਪਿੰਡਾਂ ਵਾਲਿਆਂ ਨੇ ਉਹਨਾਂ ਦਾ ਵਿਰੋਧ ਵੀ ਕੀਤਾ। ਪੁਲਿਸ ਆਈ ਤੇ ਸਿਰਫ ਮੇਲ ਕਾਂਸਟੇਬਲ ਸੀਗੇ ਤੇ ਪਿੰਡਾਂ 'ਚ ਤਾਂ ਆਪਾਂ ਨੂੰ ਪਤਾ ਘਰਾਂ 'ਚ ਤਾਂ ਜਿਹੜੇ ਕਿਸਾਨ ਆਗੂ ਹੈਗੇ ਤਾਂ ਭੱਜੇ ਹੋਏ ਨੇ ਘਰਾਂ ਤੋਂ, ਸਿਰਫ ਮਹਿਲਾਵਾਂ ਨੇ ਤੇ ਮਹਿਲਾਵਾਂ ਨੂੰ ਆ ਕੇ ਮੇਲ ਕਾਂਸਟੇਬਲਾਂ ਨੇ ਤੰਗ ਕੀਤਾ ਹੈ ਜੀ। ਏਦਾਂ ਹੀ ਜੀਰੇ ਦੇ ਵਿੱਚ ਜਿਹੜਾ ਬੀਕੇ ਕ੍ਰਾਂਤੀਕਾਰੀ ਦਾ ਆਗੂ ਹੈ ਬਲਦੇਵ ਸਿੰਘ ਜੀਰਾ, ਉਹਦਾ ਪੰਜਾਬ ਸੂਬਾ ਪ੍ਰਧਾਨ ਹੈ, ਉਹਦੇ ਘਰੇ ਵੀ ਗਏ ਨੇ ਜੀ ਸਵੇਰੇ 5 ਵਜੇ ਤੇ ਸਵੇਰ ਜਾਂ ਰਾਤ ਨੂੰ ਅੰਧੇਰੇ ਆ ਰਹੇ ਨੇ ਇਹ ਜਿਹੜੇ ਪੰਜਾਬ ਪੁਲਿਸ ਵਾਲੇ ਹੈਗੇ ਆ। ਤੇ ਹੁਣ ਵੀ ਇਹ ਲਗਾਤਾਰ ਜਿਹੜਾ ਕ੍ਰੈਕਡਾਊਨ ਹੈ ਕਿਸਾਨਾਂ ਤੇ ਉਹ ਲਗਾਤਾਰ ਜਾਰੀ ਹੈ ਜੀ। ਆਪਾਂ ਦੇਖ ਹੀ ਰਹੇ ਹਾਂ ਤੇ ਉਹ ਤਾਂ ਆਪਾਂ ਮਤਲਬ ਹਰ ਰੋਜ਼ ਹੀ ਗੱਲ ਕਰਨੀ ਪੈ ਰਹੀ ਹੈ ਕਿ ਕਿਸਾਨਾਂ ਦੇ ਪਿੱਛੇ ਇਹ ਕਿਵੇਂ ਹੱਥ ਧੋ ਕੇ ਪਏ ਹੋਏ ਨੇ। ਕੋਈ ਨਹੀਂ, ਇਲੈਕਸ਼ਨ ਆਉਣ ਤੋਂ ਮੈਨੂੰ ਲੱਗਦਾ ਕਿ ਪਿੰਡਾਂ 'ਚ ਕਿਸਾਨ ਵੀ ਇਹਨਾਂ ਦਾ ਹਿਸਾਬ ਕਿਤਾਬ ਕਰਨਗੇ। ਹੁਣ ਇਹ ਕਿਸਾਨਾਂ ਤੇ ਰੇਡ ਮਾਰ ਰਹੇ ਨੇ, ਉਸ ਟਾਈਮ ਕਿਸਾਨ ਇਹਨਾਂ ਤੇ ਰੇਡ ਮਾਰਨਗੇ। ਜੀ ਸੋ ਵੇਖਦੇ ਹਾਂ ਬਣੂਗਾ ਕਿ ਜਦੋਂ ਹੁਣ ਇਹ ਪਿੰਡਾਂ ਵੱਲ ਰੁਖ ਕਰਨਗੇ। ਖਾਸ ਤੌਰ ਤੇ ਅੱਜ ਵੀ ਮੈਂ ਕੁਝ ਕਵਰੇਜ ਕਰਨ ਦੇ ਲਈ ਜਦੋਂ ਗਿਆ ਹੋਇਆ ਸੀ, ਕਾਫੀ ਉਕਤਾਏ ਹੋਏ ਨੇ। ਸਿਰਫ ਤੇ ਸਿਰਫ ਉਹ ਲੋਕ ਨਹੀਂ ਜਿਹੜੇ ਕਿਸਾਨੀ ਨਾਲ ਸੰਬੰਧ ਰੱਖਦੇ ਨੇ, ਆਮ ਵਿਅਕਤੀਆਂ ਦੇ ਵਿੱਚ ਵੀ ਕਾਫੀ ਰੋਸ ਹੈ। ਲੋਕ ਇਸ ਗੱਲ ਤੇ ਚਰਚਾ ਕਰ ਰਹੇ ਨੇ ਕਿ ਜਿਸ ਆਸ ਦੇ ਨਾਲ ਅਸੀਂ ਇਹਨਾਂ ਨੂੰ ਚੁਣਿਆ ਸੀ ਉਹ ਆਸ ਤੇ ਇਹ ਖੜੇ ਨਹੀਂ ਉਤਰ ਰਹੇ। ਸੋ ਪ੍ਰੋਗਰਾਮ ਦਾ ਸਮਾਂ ਜਿਹੜਾ ਸਾਡਾ ਇੱਥੇ ਸਮਾਪਤ ਹੁੰਦਾ ਹੈ। ਸੋ ਪੁਨੀਆ ਜੀ, ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸੋ ਸੁਣਦੇ ਅਤੇ ਵੇਖਦੇ ਰਹੋ ਪੰਜਾਬੀ ਰੇਡੀਓ USA ਨੂੰ, ਕਿਉਂਕਿ ਇਸੇ ਤਰ੍ਹਾਂ ਦੇ ਨਾਲ ਪ੍ਰੋਗਰਾਮਾਂ ਦੀ ਲਗਾਤਾਰਤਾ ਬਰਕਰਾਰ ਹੈ। ਮੈਨੂੰ ਦਿਓ ਇਜਾਜ਼ਤ। ਧੰਨਵਾਦ। ਸਤਿ ਸ਼੍ਰੀ ਅਕਾਲ।